ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਪੋਲੀਟੀਕਲ ਸਾਇੰਸ ਦੀ ਕਲਾਸ ਦੇ ਵਿੱਚ ਅਸੀਂ ਇਸ ਦਾ ਸੈਕੰਡ ਲੈਕਚਰ ਕਰਨ ਜਾ ਰਹੇ ਹਾਂ, ਜੋ ਕਿ ਮਾਸਟਰ ਕੇਡਰ ਨੂੰ ਮੁੱਖ ਰੱਖ ਕੇ ਬਣਾਇਆ ਜਾ ਰਿਹਾ ਹੈਗਾ। ਕਿਉਂਕਿ ਕਾਫੀ ਜ਼ਿਆਦਾ ਸਟੂਡੈਂਟਸ ਦੇ ਵੱਲੋਂ ਕਮੈਂਟਸ ਕੀਤੇ ਗਏ ਸੀ, ਕਾਲਸ ਕੀਤੀਆਂ ਗਈਆਂ ਸੀ ਕਿ ਮਾਸਟਰ ਕੇਡਰ SST ਦਾ ਜਿਹੜਾ ਬੈਚ ਆ ਉਹ ਆਨਲਾਈਨ ਸ਼ੁਰੂ ਕੀਤੀ ਜਾਵੇ। ਸੋ ਉਸੇ ਨੂੰ ਮੁੱਖ ਰੱਖ ਕੇ ਅਸੀਂ ਜਿਹੜੀਆਂ ਇਹ ਵੀਡੀਓ ਅਪਲੋਡ ਕਰ ਰਹੇ ਹਾਂ। ਸੋ ਐਪ ਦੇ ਉੱਪਰ ਜਿਹੜੇ ਵੀ ਸਟੂਡੈਂਟਸ SST ਮਾਸਟਰ ਕੇਡਰ ਦਾ ਕੋਰਸ ਲੈਣਾ ਚਾਹੁੰਦੇ ਆ, ਉਹ ਆਪਣੀਆਂ ਵੀਡੀਓਜ਼ ਨੂੰ ਇੱਥੋਂ ਲੈ ਸਕਦੇ ਆ। ਸੋ ਪਹਿਲੀ ਵੀਡੀਓ ਜੇਕਰ ਸਟੂਡੈਂਟ ਕਿਸੇ ਨੇ ਨਹੀਂ ਦੇਖੀ ਤਾਂ ਉਹ ਆਪਣੀ ਪਲੇਲਿਸਟ ਦੇ ਵਿੱਚ ਆ ਕੇ ਦੇਖ ਸਕਦਾ, ਜਿਸ ਦੇ ਵਿੱਚ ਅਸੀਂ ਸੰਵਿਧਾਨ ਦੇ 25 ਪਾਰਟਸ ਦੀ ਗੱਲ ਕੀਤੀ ਸੀ ਕਿ ਕਿਹੜਾ ਪਾਰਟ ਸੰਵਿਧਾਨ ਦਾ ਕਿਸ ਨਾਲ ਸੰਬੰਧਿਤ ਹੈ। ਸੋ ਇਸ ਤੋਂ ਬਾਅਦ ਜਿਹੜਾ ਸੰਵਿਧਾਨ ਦੀ ਸਟਾਰਟਿੰਗ ਹੁੰਦੀ ਆ, ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਐਕਟਾਂ ਦੀ ਗੱਲ ਕਰਾਂਗੇ, ਕਿਉਂਕਿ ਅੰਗਰੇਜ਼ਾਂ ਨੇ ਜਦੋਂ 1600 ਦੇ ਵਿੱਚ ਈਸਟ ਇੰਡੀਆ ਕੰਪਨੀ ਆਈ ਆ, ਉਸ ਤੋਂ ਬਾਅਦ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਜਾਂ ਅੰਗਰੇਜ਼ਾਂ ਦੀਆਂ ਜਿਹੜੇ ਇੱਥੇ ਅਧਿਕਾਰੀ ਆਏ ਸੀ ਉਹਨਾਂ ਦੇ ਗਲਤ ਪਾਲਿਸੀ ਨੂੰ ਰੋਕਣ ਲਈ ਪਹਿਲਾਂ 1773 ਦਾ ਰੈਗੂਲੇਟਿੰਗ ਐਕਟ ਲੈ ਕੇ ਆਉਂਦਾ ਸੀਗਾ। ਸੋ ਉਸੇ ਐਕਟ ਬਾਰੇ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਕਿਸੇ ਵੀ ਬੁੱਕਸ ਦੀ ਪੜ੍ਹਨ ਦੀ ਜ਼ਰੂਰਤ ਨਹੀਂ ਪੈਣੀ, ਕਿਉਂਕਿ ਜਿਹੜੇ ਔਲ ਕਵਚਨ ਆ ਜਿਹੜੇ ਤੁਹਾਡੇ ਇੱਥੋਂ ਕੰਪਲੀਟ ਜਿਹੜੇ ਕਵਰ ਹੋਣਗੇ। ਸੋ ਸ਼ੁਰੂ ਕਰਦੇ ਹਾਂ ਅੱਜ ਦਾ ਆਪਣਾ ਟੌਪਿਕ। ਜੇਕਰ ਤੁਸੀਂ ਸਾਡੇ ਨਾਲ ਕਿਸੇ ਵੀ ਮਾਧਿਅਮ ਰਾਹੀਂ ਨਹੀਂ ਜੁੜੇ ਤਾਂ YouTube ਤੋਂ ਆਪਣਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਉਸ ਤੋਂ ਇਲਾਵਾ ਪਲੇ ਸਟੋਰ ਦੇ ਵਿੱਚੋਂ ਆਪਣੀ ਜਿਹੜੀ ਐਪ ਆ ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ ਉਹ ਡਾਊਨਲੋਡ ਕਰ ਸਕਦੇ ਹੋ। ਇਸ ਤੋਂ ਇਲਾਵਾ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਸਕਦੇ ਹੋ ਐਂਡ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਸੋ ਦੇਖਦੇ ਹਾਂ ਅੱਜ ਦਾ ਆਪਣਾ ਟੌਪਿਕ ਜੋ ਹੈ ਰੈਗੂਲੇਟਿੰਗ ਐਕਟ। ਸੋ ਸਭ ਤੋਂ ਪਹਿਲਾਂ ਤਾਂ ਦੇਖਿਆ ਜਾਵੇ ਕਿ ਜਿਹੜਾ ਰੈਗੂਲੇਟਿੰਗ ਐਕਟ ਦੇ ਕੁਐਸਚਨ ਕਿਹੜੇ ਪੁੱਟ ਕੀਤੇ ਜਾਂਦੇ ਆ। ਸਭ ਤੋਂ ਪਹਿਲਾਂ ਤਾਂ ਪੁੱਟ ਕੀਤਾ ਜਾਂਦਾ ਕਿ ਜਿਹੜਾ ਰੈਗੂਲੇਟਿੰਗ ਐਕਟ ਆਇਆ ਸੀਗਾ ਉਹ ਕਿਸ ਵਾਇਸਰਾਏ ਜਾਂ ਗਵਰਨਰ ਜਨਰਲ ਦੇ ਸਮੇਂ ਆਇਆ ਸੀਗਾ। ਇਹ ਗੱਲ ਜਿਹੜੀ ਤੁਹਾਨੂੰ ਪਤਾ ਹੋਣੀ ਚਾਹੀਦੀ ਇਹਦੇ ਵਿੱਚ। ਇਸ ਤੋਂ ਇਲਾਵਾ ਇਹਦੇ ਵਿੱਚ ਤੁਹਾਨੂੰ ਪੁੱਟ ਕੀਤਾ ਜਾਂਦਾ ਕਿ ਇਸ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਸੀਗੀਆਂ, ਕਿਹੜੇ ਦੋਸ਼ ਇਸ ਵਿੱਚ ਪਾਏ ਗਏ ਨੇ। ਸੋ ਇਹਨਾਂ 'ਤੇ ਕੁਐਸਚਨ ਜਿਹੜੇ ਮੋਸਟਲੀ ਪੇਪਰਾਂ ਦੇ ਵਿੱਚ ਪੁੱਟ ਕੀਤੇ ਜਾਂਦੇ ਨੇ। ਸੋ ਇਸ ਨੂੰ ਅਸੀਂ ਬੜੇ ਇੱਕ ਡੀਪਲੀ ਤਰੀਕੇ ਨਾਲ ਪੜ੍ਹਨ ਜਾ ਰਹੇ ਹਾਂ। ਅਤੇ ਅੰਗਰੇਜ਼ਾਂ ਦੁਆਰਾ ਲਿਆਇਆ ਜਾਣ ਵਾਲਾ ਇਹ ਪਹਿਲਾ ਐਕਟ ਸੀ ਰੈਗੂਲੇਟਿੰਗ ਐਕਟ। ਸੋ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਕੁਐਸਚਨ ਕਿਹੜੇ ਬਣਦੇ ਸੀ ਪੇਪਰ ਦੇ ਵਿੱਚ। ਸੋ ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਟੌਪਿਕ। ਸੋ ਰੈਗੂਲੇਟਿੰਗ ਐਕਟ ਸੀ, ਸਭ ਤੋਂ ਪਹਿਲਾਂ ਤਾਂ ਆਪਾਂ ਇਹ ਯਾਦ ਰੱਖਣਾ ਕਿ ਜਿਹੜਾ ਸਮਾਂ ਇਹਦਾ ਕਿਹੜਾ ਸੀਗਾ। ਅਤੇ ਜੇਕਰ ਆਪਾਂ ਸਮੇਂ ਦੀ ਗੱਲ ਕਰ ਲਈਏ, ਕਿਉਂਕਿ ਜਿਹੜਾ ਵਾਰਨ ਹੇਸਟਿੰਗ ਸੀ ਸਾਡਾ, ਉਹਦਾ ਸਮਾਂ ਜਿਹੜਾ 1772 ਤੋਂ ਲੈ ਕੇ 1785 ਤੱਕ ਦਾ ਸੀਗਾ। ਇਹ 'ਤੇ ਕੁਐਸਚਨ ਤੁਹਾਨੂੰ ਵਾਰਨ ਹੇਸਟਿੰਗ ਦੇ ਪੇਪਰ ਦੇ ਵਿੱਚ ਹੋਰ ਵੀ ਪੁੱਟ ਕੀਤੇ ਜਾਂਦੇ ਨੇ। ਸਭ ਤੋਂ ਪਹਿਲਾਂ ਪੁੱਟ ਕੀਤਾ ਜਾਂਦਾ ਕਿ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਕੌਣ ਸੀਗਾ। ਸੋ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਵਾਰਨ ਹੇਸਟਿੰਗ ਸੀਗਾ। ਜੇਕਰ ਬੰਗਾਲ ਦਾ ਲਾਸਟ ਗਵਰਨਰ ਪੁੱਟ ਕੀਤਾ ਜਾਂਦਾ ਤਾਂ ਫਿਰ ਵੀ ਉਹਦਾ ਆਨਸਰ ਕੀ ਆਏਗਾ, ਵਾਰਨ ਹੇਸਟਿੰਗ ਹੀ ਆਏਗਾ, ਕਿਉਂਕਿ ਇਹੀ ਪਹਿਲਾ ਗਵਰਨਰ ਜਨਰਲ ਆ ਅਤੇ ਇਹੀ ਜਿਹੜਾ ਬੰਗਾਲ ਦਾ ਲਾਸਟ ਗਵਰਨਰ ਆ। ਆਪਾਂ ਕਰਾਂਗੇ ਕਿਉਂਕਿ ਜਿਹੜਾ 1772 ਤੋਂ ਲੈ ਕੇ 1774 ਤੱਕ ਦਾ ਜਿਹੜਾ ਸਮਾਂ ਇਹਦਾ ਗਵਰਨਰ ਦਾ ਰਹੇਗਾ, ਅਤੇ 74 ਤੋਂ ਲੈ ਕੇ 85 ਤੱਕ ਦਾ ਜਿਹੜਾ ਸਮਾਂ ਇਸਦਾ ਗਵਰਨਰ ਜਨਰਲ ਦਾ ਰਹੇਗਾ। ਜੇਕਰ ਤੁਹਾਨੂੰ ਕੁਐਸਚਨ ਪੁੱਟ ਕੀਤਾ ਜਾਂਦਾ ਕਿ ਬੰਗਾਲ ਦਾ ਪਹਿਲਾ ਗਵਰਨਰ ਕੌਣ ਸੀਗਾ, ਸੋ ਫਿਰ ਇਸ ਦਾ ਆਨਸਰ ਆਏਗਾ ਜਿਹੜਾ ਰਾਬਰਟ ਕਲਾਈਵ। ਸੋ ਇਹ ਕੁਐਸਚਨ ਇੱਥੇ ਤੁਹਾਨੂੰ ਬਣਦੇ ਨੇ। ਅਤੇ ਉਸ ਤੋਂ ਬਾਅਦ ਜਦੋਂ ਜਿਹੜਾ ਸਾਡਾ ਰੈਗੂਲੇਟਿੰਗ ਐਕਟ ਆਏਗਾ, ਉਸ ਸਮੇਂ ਬ੍ਰਿਟੇਨ ਦਾ ਜਿਹੜਾ ਸਾਡੇ ਕੋਲ ਪ੍ਰਧਾਨ ਮੰਤਰੀ ਕੌਣ ਸੀਗਾ ਜੀ, ਇਹ ਹੈਗਾ ਸੀਗਾ ਲਾਰਡ ਨਾਰਥ। ਇਸ ਟਾਈਮ ਜਿਹੜਾ ਤੁਸੀਂ ਯਾਦ ਰੱਖਣਾ ਕਿ ਜਿਹੜਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਸੀ ਉਹਦਾ ਲਾਰਡ ਨਾਰਥ ਦਾ ਨਾਮ ਸੀਗਾ। ਇਸ ਤੋਂ ਇਲਾਵਾ ਇਹ ਐਕਟ ਜਿਹੜਾ ਬੇਸ਼ੱਕ ਆਪਾਂ 1773 ਪੜ੍ਹਦੇ ਹਾਂ ਕਿ 1773 ਦਾ ਰੈਗੂਲੇਟਿੰਗ ਐਕਟ, ਬਟ ਇਹ ਲਾਗੂ ਕਦੋਂ ਹੁੰਦਾ ਜਾ ਕੇ 1774 ਦੇ ਵਿੱਚ ਸੀ। ਠੀਕ ਹੈ। ਸੋ ਆਈ ਥਿੰਕ ਤੁਹਾਨੂੰ ਇਹ ਕੁਐਸਚਨ ਜਿਹੜੇ ਇੱਥੇ ਤੱਕ ਪਤਾ ਲੱਗ ਗਏ ਹੋਣਗੇ। ਉਸ ਤੋਂ ਬਾਅਦ ਨੈਕਸਟ ਆਪਾਂ ਦੇਖਦੇ ਹਾਂ ਅੱਗੇ ਐਕਟ ਆਉਣ ਦੇ ਕਾਰਨ ਕਿਹੜੇ ਕਿਹੜੇ ਆ। ਹੁਣ ਕਈ ਵਾਰੀ ਸਟੂਡੈਂਟਸ ਕੀ ਕਰਦੇ ਆ, ਇਕੱਲੇ ਓਨਲੀ ਫੈਕਟ ਪੜ੍ਹਦੇ ਆ। ਤਾਂ ਜਦੋਂ ਅਸੀਂ ਫੈਕਟ ਪੜ੍ਹਦੇ ਹਾਂ ਤਾਂ ਅਸੀਂ ਜਦੋਂ ਕੋਈ ਪੇਪਰ ਜਿਹੜਾ ਅੰਡਰਸਟੈਂਡਿੰਗ ਵਾਲਾ ਹੁੰਦਾ ਤਾਂ ਉੱਥੇ ਇਸ ਵੱਲੋਂ ਗਲਤੀਆਂ ਕਰ ਜਾਂਦੇ ਹਾਂ, ਕਿਉਂਕਿ ਸਾਨੂੰ ਪ੍ਰੋਪਰਲੀ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਜਿਹੜਾ ਆਇਆ ਸੀ, ਇਹਦੇ ਆਉਣ ਦੇ ਕਾਰਨ ਕਿਹੜੇ ਸੀਗੇ ਅਤੇ ਕੀ ਇਹਦੀਆਂ ਵਿਸ਼ੇਸ਼ਤਾਵਾਂ ਸੀਗੀਆਂ। ਸੋ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ 1773 ਦਾ ਰੈਗੂਲੇਟਿੰਗ ਐਕਟ ਲਿਆਂਦਾ ਗਿਆ, ਉਹਦੇ ਪਿੱਛੇ ਕਾਰਨ ਕਿਹੜੇ ਕਿਹੜੇ ਸੀਗੇ। ਸਭ ਤੋਂ ਪਹਿਲਾਂ ਤਾਂ ਕਾਰਨ ਸੀਗਾ ਬੰਗਾਲ ਦੀ ਦੁਰਦਸ਼ਾ। ਸਾਨੂੰ ਪਤਾ ਕਿ ਜਿਹੜਾ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਬੰਗਾਲ, ਬਿਹਾਰ, ਉੜੀਸਾ ਦੀ ਜਿਹੜੀ ਦੀਵਾਨੀ ਲਈ ਆ 1765 ਦੇ ਵਿੱਚ। ਸੋ ਜਿਹੜਾ ਬੰਗਾਲ ਸੀਗਾ ਕਾਫੀ ਜ਼ਿਆਦਾ ਸਮਰਿੱਧ ਸਟੇਟ ਸੀ ਇਹ। ਸੋ ਇਸ ਦੀ ਜਿਹੜੀ ਅੰਗਰੇਜ਼ਾਂ ਨੇ ਜਦੋਂ ਅਧਿਕਾਰ ਕੀਤਾ ਤਾਂ ਇਹਦੀ ਦੁਰਦਸ਼ਾ ਹੋਈ ਥੋੜ੍ਹੀ, ਕਿਉਂਕਿ ਅੰਗਰੇਜ਼ਾਂ ਨੇ ਕੋਈ ਜ਼ਿਆਦਾ ਇਹਦੇ ਪ੍ਰਸ਼ਾਸਨਿਕ ਵੱਲ ਧਿਆਨ ਨਹੀਂ ਦਿੱਤਾ, ਪ੍ਰਸ਼ਾਸਨ ਵੱਲ। ਇੱਥੋਂ ਦੇ ਲੋਕਾਂ ਦਾ ਜਿਹੜੀ ਹਾਲਤ ਸੀ, ਜਿਹੜੀ ਸਥਿਤੀ ਸੀ ਉਹ ਖਰਾਬ ਹੋ ਗਈ, ਜਿਸ ਕਾਰਨ
ਅੰਗਰੇਜ਼ਾਂ ਨੂੰ ਉੱਧਰ ਪਤਾ ਲੱਗਿਆ ਕਿ ਜਿਹੜੇ ਸੇ ਈਸਟ ਇੰਡੀਆ ਕੰਪਨੀ ਆ ਇਹਦੀ ਸਹੀ ਤਰੀਕੇ ਨਾਲ ਕੰਮਕਾਰ ਨਹੀਂ ਕਰ ਰਹੀ। ਸੋ ਇਹ ਵੀ ਇੱਕ ਕਾਰਨ ਸੀ ਰੈਗੂਲੇਟਿੰਗ ਐਕਟ ਲਿਆਉਣ ਦਾ। ਉਸ ਤੋਂ ਅੱਗੇ ਕੰਪਨੀ ਦੀ ਹਾਰ ਹੋ ਜਾਂਦੀ ਹੈ ਜੀ। ਈਸਟ ਇੰਡੀਆ ਕੰਪਨੀ ਹੈ ਜਿਹੜੀ, ਈਸਟ ਇੰਡੀਆ ਕੰਪਨੀ ਦੀ ਹਾਰ ਹੋ ਜਾਂਦੀ ਹੈ ਕਿਤੋਂ ਜੀ, ਹੈਦਰ ਅਲੀ ਤੋਂ। ਤੇ ਹੈਦਰ ਅਲੀ ਸਾਨੂੰ ਪਤਾ ਕਿ ਟੀਪੂ ਸੁਲਤਾਨ ਦਾ ਜਿਹੜਾ ਫਾਦਰ ਸੀਗਾ। ਤੇ ਜਦੋਂ ਮੈਸੂਰ ਦੇ ਆਪਾਂ ਪੜ੍ਹਦੇ ਹਾਂ ਕਿ 4 ਯੁੱਧ ਹੋਏ ਸੀ, ਤੇ ਮੈਸੂਰ ਦਾ ਪਹਿਲਾ ਯੁੱਧ ਹੋਇਆ 1767 ਤੋਂ ਲੈ ਕੇ 69 ਤੱਕ। ਤੇ ਉਹਦੇ ਵਿੱਚ ਕੀ ਆ, ਟੀਪੂ ਸੁਲਤਾਨ ਦੀ ਜਿਹੜੀ ਆਪਣਾ ਹੈਦਰ ਅਲੀ ਜਿਹੜਾ ਹਰਾ ਦਿੰਦਾ ਕਿਹਨੂੰ, ਅੰਗਰੇਜ਼ਾਂ ਨੂੰ। ਤਾਂ ਕੰਪਨੀ ਜਿਹੜੀ ਹਾਰ ਜਾਂਦੀ ਹੈ ਬੁਰੀ ਤਰ੍ਹਾਂ। ਤੇ ਬ੍ਰਿਟਿਸ਼ ਸਰਕਾਰ ਇਹ ਸੋਚਣ ਲਈ ਮਜਬੂਰ ਹੋ ਜਾਂਦੀ ਹੈ ਕਿ ਆਖਰ ਸਾਡੇ ਦੇ ਵਿੱਚ ਕਿਹੜੀ ਅਜਿਹੀ ਕਮੀ ਹੈ ਜਿਹਦੇ ਕਰਕੇ ਸਾਨੂੰ ਹਾਰ ਦਾ ਮੂੰਹ ਦੇਖਣਾ ਪਿਆ। ਸੋ ਉਹਨਾਂ ਨੇ ਇੱਕ ਬੜਾ ਇਹਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ ਕਿ ਇਸ ਪਿੱਛੇ ਜਿਹੜੇ ਕਾਰਨ ਨੇ ਉਹਨਾਂ ਦਾ ਪਤਾ ਕੀਤਾ ਜਾਵੇ। ਸੋ ਬਾਅਦ ਦੇ ਵਿੱਚ ਆਪਾਂ ਗੱਲ ਕਰਾਂਗੇ ਕਿਸ ਤਰ੍ਹਾਂ ਇਸ ਬਾਰੇ ਜਿਹੜੀ ਉਹਨਾਂ ਨੇ ਜਾਂਚ ਪੜਤਾਲ ਕੀਤੀ। ਅਗਲਾ ਹੈਗਾ ਕੰਪਨੀ ਦਾ ਦਿਵਾਲੀਆਪਣ। ਸੋ ਕੰਪਨੀ ਦਾ ਦਿਵਾਲੀਆਪਣ ਹੋਣ ਦੇ ਕਾਰਨ ਕਿਹੜੇ ਕਿਹੜੇ ਸੀਗੇ, ਕਿਉਂਕਿ ਜਿਹੜੇ ਇੱਥੇ ਅੰਗਰੇਜ਼ ਆਏ ਸੀਗੇ, ਈਸਟ ਇੰਡੀਆ ਕੰਪਨੀ ਦੇ ਮੈਂਬਰ ਸੀਗੇ, ਤਾਂ ਉਹਨਾਂ ਨੇ ਕੀ ਕੀਤਾਗਾ, ਉਹ ਇੱਥੇ ਨਿੱਜੀ ਵਪਾਰ ਕਰਨ ਲੱਗ ਗਏ। ਨਿੱਜੀ ਵਪਾਰ ਕਰਨ ਲੱਗੇ, ਆਪਣੀ ਜਿਹੜੀ ਹਰ ਇੱਕ ਜਿਹੜੀ ਮਤਲਬ ਦੀ ਗੱਲ ਜਿਵੇਂ ਆਪਾਂ ਕਹਿ ਦਈਏ ਕਿ ਤੋਹਫੇ ਲੈਣ ਲੱਗੇ ਭਾਰਤੀਆਂ ਤੋਂ। ਤਾਂ ਇਸੇ ਕਰਕੇ ਜਿਹੜਾ ਕੀ ਹੋਇਆ, ਕੰਪਨੀ ਦਾ ਦਿਵਾਲੀਆਪਣ ਹੋ ਗਿਆ ਤੇ ਕੰਪਨੀ ਨੂੰ ਘਾਟਾ ਪੈਣ ਲੱਗ ਗਿਆ। ਉਹ ਆਪਣਾ ਨਿੱਜੀ ਵਪਾਰ ਕਰਨ ਵਿੱਚ ਲੱਗੇ ਰਹੇ। ਸ਼ਾਇਦ ਭਾਰਤੀ ਨੇ ਉਹਨਾਂ ਨੂੰ ਕਿਹਾ ਹੋਣਾ ਕਿ ਕੋਈ ਗੱਲ ਨਹੀਂ, ਤੁਸੀਂ ਆਪਣਾ ਨਿੱਜੀ ਵਪਾਰ ਕਰਕੇ ਪੈਸਾ ਕਮਾਓ, ਠੀਕ ਹੈ। ਤੇ ਉਹਨਾਂ ਨੂੰ ਕੀ ਪਤਾ ਲੱਗਦਾ ਅੰਗਰੇਜ਼ਾਂ ਨੂੰ। ਸੋ ਸ਼ਾਇਦ ਇਹ ਵੀ ਦਾ ਕਾਰਨ ਹੋ ਸਕਦਾ, ਕਿਉਂਕਿ ਭਾਰਤੀ ਲੋਕ ਪਹਿਲਾਂ ਇਹ ਸੋਚਦੇ ਆ ਕਿ ਇਨਡਾਇਰੈਕਟ ਜਾਂ ਗਲਤ ਤਰੀਕੇ ਨਾਲ ਪੈਸਾ ਕਿਵੇਂ ਕਮਾਇਆ ਜਾ ਸਕੇ। ਸੋ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਨੈਕਸਟ ਅੱਗੇ ਸਾਡੇ ਕੋਲੇ ਕੀ ਆ, ਜਿੱਤੇ ਹੋਏ ਖੇਤਰਾਂ ਵਿੱਚ ਸੰਵਿਧਾਨਕ ਕਠਿਨਾਈਆਂ। ਸੋ ਜਿਹੜੇ ਖੇਤਰ ਜਿੱਤੇ ਸੀ ਅੰਗਰੇਜ਼ਾਂ ਨੇ, ਉੱਥੇ ਸੰਵਿਧਾਨਕ ਕਠਿਨਾਈਆਂ ਆਉਣ ਲੱਗ ਗਈਆਂ। ਉਹਨਾਂ ਨੂੰ ਚੰਗਾ ਪ੍ਰਸ਼ਾਸਨ ਨਾ ਦੇ ਸਕੇ ਤੇ ਉੱਥੋਂ ਦੇ ਜਿਹੜੇ ਲੋਕ ਸੀ ਅੰਗਰੇਜ਼ਾਂ ਤੋਂ ਕੀ ਹੋ ਗਏ, ਅਸੰਤੁਸ਼ਟ ਹੋ ਗਏ। ਜਿਸ ਕਰਕੇ ਕੀ ਹੋਇਆਗਾ, ਅੰਗਰੇਜ਼ਾਂ ਨੂੰ ਸੋਚਣਾ ਪਿਆ ਕਿ ਸਾਨੂੰ ਕੁਝ ਨਾ ਕੁਝ ਕਰਨ ਦੀ ਲੋੜ ਆ, ਕਿਉਂਕਿ ਸਾਡੇ ਤੋਂ ਲੋਕ ਜਿਹੜੇ ਭਾਰਤੀ ਲੋਕ ਉਹ ਜ਼ਿਆਦਾ ਖੁਸ਼ ਨਹੀਂ ਨਜ਼ਰ ਆ ਰਹੇ। ਉਸ ਤੋਂ ਅੱਗੇ ਸਾਡੇ ਕੋਲੇ ਨੈਕਸਟ ਜਿਹੜਾ ਕਾਰਨ ਕੀ ਹੈ ਜੀ, ਕੰਪਨੀ ਦੇ ਅਧਿਕਾਰੀਆਂ ਤਾਂ ਇਕੱਠਾ ਕਰਨਾ ਆਪਾਂ ਗੱਲ ਕਰ ਹੀ ਚੁੱਕੇ ਹਾਂ। ਕੰਪਨੀ ਦੇ ਅਧਿਕਾਰੀ ਜਿਹੜੇ ਸੀ ਆਪਣੇ ਮਨਮਰਜ਼ੀ ਦੇ ਜਿਹੜਾ ਪੈਸਾ ਕਮਾ ਰਹੇ ਸੀਗੇ, ਤੋਹਫੇ ਲੈ ਰਹੇ ਸੀਗੇ, ਜਿਸ ਕਰਕੇ ਕੀ ਹੋਇਆਗਾ, ਧਨ ਇਕੱਠਾ ਕਰਨ ਦੇ ਵਿੱਚ ਉਹ ਜ਼ਿਆਦਾ ਰੁਚੀ ਦਿਖਾ ਰਹੇ ਸੀ, ਜਿਸ ਕਰਕੇ ਕੰਪਨੀ ਨੂੰ ਜਿਹੜਾ ਉਹ ਘਾਟਾ ਪੈਣ ਲੱਗ ਗਿਆ। 1773 ਦੇ ਵਿੱਚ ਜਿਹੜਾ ਕੰਪਨੀ ਕੀ ਹੈ, ਇੱਕ ਵੱਡੇ ਪੱਧਰ ਤੇ ਘਾਟੇ ਦੇ ਵਿੱਚ ਚਲੀ ਜਾਂਦੀ ਆ, ਕਾਫੀ ਵੱਡਾ ਘਾਟਾ ਪੈਂਦਾ ਤੇ ਸੰਸਦ ਤੋਂ ਲੋਨ ਦੀ ਮੰਗ ਕਰਦੀ ਹੈ ਜੀ। ਸੰਸਦ ਤੋਂ ਲੋਨ ਦੀ ਮੰਗ ਕਰਦੀ ਹੈ। ਇੱਥੇ ਸੰਸਦ ਤੋਂ ਭਾਵ ਲੋਕ ਸਭਾ ਐਂਡ ਰਾਜ ਸਭਾ ਨਹੀਂ ਸਮਝ ਲੈਣਾ। ਇੱਥੇ ਸੰਸਦ ਤੋਂ ਭਾਵ ਬ੍ਰਿਟਿਸ਼ ਸੰਸਦ ਆ, ਜਿਹਦੇ ਵਿੱਚ ਹਾਊਸ ਆਫ ਲਾਰਡ ਹੁੰਦੇ ਆ ਤੇ ਹਾਊਸ ਆਫ ਕਾਮਨ ਹੁੰਦੇ ਆ। ਤੇ ਉੱਥੋਂ ਪੈਸੇ ਦੀ ਮੰਗ ਕੀਤੀ ਆ ਕਿ ਸਾਨੂੰ ਲੋਨ ਦਿੱਤਾ ਜਾਵੇ, ਇਹ ਲੋਨ ਅਸੀਂ ਤੁਹਾਨੂੰ ਵਾਪਸ ਕਰ ਦੇਵਾਂਗੇ। ਸੋ ਇੱਥੇ ਬੇਸ਼ੱਕ ਕਿਹਾ ਗਿਆ ਕਿ ਅਸੀਂ ਲੋਨ ਤੁਹਾਨੂੰ ਦੇ ਦੇਵਾਂਗੇ, ਪਰ ਜਿਹੜਾ ਅਸੀਂ ਦਖਲਅੰਦਾਜ਼ੀ ਕਰਾਂਗੇ, ਅੰਗਰੇਜ਼ਾਂ ਨੇ ਕਿਹਾ ਸੀਗਾ, ਠੀਕ ਹੈ। ਸੋ ਘਾਟੇ ਦੇ ਵਿੱਚ ਚਲੇ ਜਾਂਦੇ। ਉਸ ਤੋਂ ਆਪਾਂ ਅੱਗੇ ਦੇਖਦੇ ਹਾਂ ਨੈਕਸਟ ਆਪਾਂ ਪੁਆਇੰਟ ਦੇ ਵਿੱਚ ਕੀ ਬਣਦਾ ਜੀ। ਅਗਲਾ ਜਿਹੜਾ ਸਾਡੇ ਕੋਲੇ ਹੈ ਜੀ, ਨੈਕਸਟ ਪੁਆਇੰਟ ਦੇਖਦੇ ਹਾਂ। ਹਾਂਜੀ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਆ ਕਿ ਜਿਹੜਾ ਕੰਪਨੀ ਨੂੰ ਘਾਟਾ ਪੈ ਗਿਆ ਜਦੋਂ ਲੋਨ ਦੀ ਮੰਗ ਕੀਤੀ ਆ, ਤਾਂ ਇੱਥੇ ਕੰਪਨੀ ਨੇ ਕੀ ਕੀਤਾ ਜੀ, ਤਾਂ ਕੰਪਨੀ ਨੇ ਇੱਥੇ 2 ਕਮੇਟੀਆਂ ਗਠਿਤ ਕੀਤੀਆਂ। 2 ਕਮੇਟੀਆਂ ਗਠਿਤ ਕੀਤੀਆਂ ਨੇ, ਜਿਹਦੇ ਵਿੱਚ ਇੱਕ ਸਿਲੈਕਟ ਕਮੇਟੀ ਸੀ ਤੇ ਦੂਜੀ ਸਾਡੇ ਕੋਲੇ ਸੀਕ੍ਰੇਟ ਕਮੇਟੀ ਸੀ। ਸਿਲੈਕਟ ਤੇ ਸੀਕ੍ਰੇਟ ਕਮੇਟੀ, ਜਿਹੜੀ ਸਿਲੈਕਟ ਕਮੇਟੀ ਸੀ ਇਹਦੇ 12 ਮੈਂਬਰ ਸੀਗੇ ਤੇ ਜਿਹੜੇ ਸੀਕ੍ਰੇਟ ਕਮੇਟੀ ਦੇ 8 ਮੈਂਬਰ ਸੀਗੇ। ਸੋ ਇਹਨਾਂ ਨੇ ਆਪਣਾ ਰਿਪੋਰਟਾਂ ਪੇਸ਼ ਕੀਤੀਆਂ ਨੇ, ਠੀਕ ਆ। ਮੈਂਬਰਾਂ ਦੀ ਗੱਲ ਆਪਾਂ ਕਰਦੇ, ਇੱਥੇ ਰਿਪੋਰਟਾਂ ਪੇਸ਼ ਕੀਤੀਆਂ ਨੇ। ਇਹਨੇ 12 ਰਿਪੋਰਟਾਂ ਦਿੱਤੀਆਂ ਨੇ ਤੇ ਇਹਨੇ 8 ਰਿਪੋਰਟਾਂ, ਤਾਂ ਟੋਟਲ 18 ਰਿਪੋਰਟਾਂ ਪੇਸ਼ ਕੀਤੀਆਂ ਨੇ। ਸੋ ਜਦੋਂ ਇਹਨਾਂ ਸਿਲੈਕਟ ਕਮੇਟੀ ਤੇ ਸੀਕ੍ਰੇਟ ਕਮੇਟੀ ਨੇ ਰਿਪੋਰਟ ਪੇਸ਼ ਕੀਤੀ, ਕਿਉਂਕਿ ਇਹ ਰਿਪੋਰਟ ਦੇ ਵਿੱਚ ਕੀ ਸਾਹਮਣੇ ਆਇਆ ਕਿ ਜਿਹੜੇ ਅੰਗਰੇਜ਼ ਨੇ, ਉਹ ਜਿਹੜੇ ਇੱਥੇ ਸਾਡੇ ਅਧਿਕਾਰੀ ਨੇ ਕੰਪਨੀ ਦੇ, ਉਹ ਆਪਣਾ ਮੁਨਾਫਾ ਕਮਾਉਣ ਵਿੱਚ ਲੱਗੇ ਹੋਏ ਨੇ ਤੇ ਭ੍ਰਿਸ਼ਟਾਚਾਰ ਬਾਰੇ ਜਿਹੜੀ ਪੋਲ ਆ ਜਿਹੜੀ ਉਹ ਖੁੱਲ੍ਹ ਜਾਂਦੀ ਆ। ਤਾਂ ਇਹਨਾਂ ਤੋਂ ਕੰਪਨੀ ਦੇ ਭ੍ਰਿਸ਼ਟਾਚਾਰ ਦਾ ਪਤਾ ਲੱਗਦਾ ਗਾ ਕਿ ਕੰਪਨੀ ਦੇ ਜਿਹੜੇ ਅਧਿਕਾਰੀ ਆ ਉਹ ਅਸਲ ਦੇ ਵਿੱਚ ਕੀ ਆ, ਇੱਥੇ ਆਪਣਾ ਨਿੱਜੀ ਲਾਭ ਲੈ ਰਹੇ ਨੇ, ਪੈਸਾ ਕਮਾ ਰਹੇ ਨੇ, ਜਿਸ ਦੇ ਕਾਰਨ ਜਿਹੜੀ ਕੰਪਨੀ ਆ ਉਹ ਘਾਟੇ ਦੇ ਵਿੱਚ ਜਾਏਗੀ। ਸੋ ਆਪਾਂ ਨੂੰ ਪਹਿਲਾਂ ਹੀ ਪਤਾ, ਜੇਕਰ ਕਹਿੰਦੇ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਤਾਂ ਫਿਰ ਅਸੀਂ ਉਹ ਤੋਂ ਇੱਕ ਚੰਗੀ ਆਸ ਉਮੀਦ ਨਹੀਂ ਕਰ ਸਕਦੇ। ਸੋ ਉਸ ਤੋਂ ਬਾਅਦ ਕੀ ਆ, ਸੰਸਦ ਨੇ ਕਿਹਾ, ਸੰਸਦ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਸਨੇ ਕਿਹਾ ਕਿ ਅਸੀਂ ਠੀਕ ਆ, ਹੁਣ ਅਸੀਂ ਦਖਲਅੰਦਾਜ਼ੀ ਕਰਾਂਗੇ ਤੁਹਾਡੇ ਕੰਮਾਂ ਦੇ ਵਿੱਚ। ਪਹਿਲਾਂ ਤਾਂ ਤੁਹਾਡੇ ਤੇ ਜਿਹੜਾ ਕੰਮ ਸੀਗਾ, ਪਹਿਲਾਂ ਤਾਂ ਕੀ ਸੀ ਆ, ਜਿਵੇਂ ਤੁਹਾਨੂੰ ਕੋਈ ਸਾਰੀਆਂ ਫੈਸਿਲਿਟੀਆਂ ਦੇਤੇ, ਸਹੂਲਤਾਂ ਦੇਤੇ ਵੀ ਤੁਸੀਂ ਕੰਮ ਕਰੋ, ਠੀਕ ਆ, ਤੁਹਾਡੇ ਤੇ ਵਿਸ਼ਵਾਸ ਕਰ ਲਏ। ਪਰ ਜਦੋਂ ਉਹਨਾਂ ਦਾ ਵਿਸ਼ਵਾਸ ਟੁੱਟਿਆ ਤਾਂ ਅੰਗਰੇਜ਼ਾਂ ਨੇ ਕੀ ਕਿਹਾ ਉੱਧਰੋਂ ਕਿ ਅਸੀਂ ਤੁਹਾਡੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਰਾਂਗੇ ਤੇ ਕਿਉਂਕਿ ਤੁਸੀਂ ਕੰਮ ਦੇ ਕਾਬਲ ਨਹੀਂ ਹੋ, ਠੀਕ ਹੈ। ਸੋ ਇਹ ਗੱਲ ਕੀਤੀ ਗਈ ਤੇ ਉਸ ਤੋਂ ਬਾਅਦ ਕੰਪਨੀ ਨੇ ਕੀ ਕਿਹਾ, ਕੰਪਨੀ ਇੱਕ ਮਜਬੂਰ ਸੀ ਤਾਂ ਉਹਨੇ ਸੋਚਿਆ ਕੋਈ ਗੱਲ ਨਹੀਂ, ਤੁਸੀਂ ਜਿੰਨਾ ਮਰਜ਼ੀ ਸਾਡੇ 'ਚ ਦਖਲਅੰਦਾਜ਼ੀ ਕਰੋ ਪਰ ਸਾਨੂੰ ਲੋਨ ਚਾਹੀਦਾ ਗਾ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲੇ ਕੀ ਹੋਇਆ ਸੀਗਾ,
ਈਸਟ ਇੰਡੀਆ ਕੰਪਨੀ ਹੈ ਜਿਹੜੀ ਉਹ ਆਪਾਂ ਨੂੰ ਪਤਾ ਕਿ 31 ਦਸੰਬਰ 1600 ਨੂੰ ਬਣਦੀ ਹੈ ਇਹਦਾ ਜਿਹੜਾ ਮੁੱਖ ਏਮ ਹੁੰਦਾਗਾ ਉਹ ਵਪਾਰ ਹੁੰਦਾਗਾ। ਸੋ ਐਲਿਜ਼ਾਬੈਥ ਸੀ ਜਿਹੜੀ ਐਲਿਜ਼ਾਬੈਥ ਫਸਟ ਦੀ ਗੱਲ ਕਰ ਰਹੇ ਹਾਂ ਆਪਾਂ। ਇੱਕ ਸੈਕਿੰਡ ਦੀ ਜਿਹੜੀ ਹੁਣ ਡੈਥ ਹੋਈ ਆ ਕਰੰਟਲੀ ਆਪਾਂ ਜਾਣਦੇ ਹਾਂ ਕਿ ਜਿਹਦਾ ਜਨਮ 1927 ਦੇ ਵਿੱਚ ਹੋਇਆ ਸੀਗਾ ਤੇ ਇਹ 2022 ਤੱਕ ਪ੍ਰਕਾਸ਼ ਸਿੰਘ ਬਾਦਲ ਦੇ ਸਮਕਾਲੀ ਆ। ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਵੀ 1927 ਦੇ ਵਿੱਚ ਹੋਇਆ ਸੀਗਾ। ਸੋ ਇਹਨਾਂ ਨੇ ਵਪਾਰ ਕਰਨ ਦਾ ਜਿਹੜਾ ਕੰਮ ਸੌਂਪਿਆ ਸੀਗਾ ਕਿਉਂਕਿ ਸ਼ੁਰੂ ਦੇ ਵਿੱਚ ਜਿਹੜਾ ਕੰਪਨੀ ਨੂੰ ਸਿਰਫ 15 ਸਾਲਾਂ ਲਈ ਅਧਿਕਾਰ ਦਿੱਤਾ ਸੀ ਕਿ ਤੁਸੀਂ ਜਿਹੜਾ ਵਪਾਰ ਕਰਨਾਗਾ ਤੇ ਬਾਅਦ ਦੇ ਵਿੱਚ ਇਹ ਐਕਸਟੈਂਡ ਕਰਤਾ, ਵਧਾਤਾ ਕਹਿਣ ਦਾ ਭਾਵ। ਉਸ ਤੋਂ ਬਾਅਦ ਮਕਸਦ ਆਪਾਂ ਕਰ ਹੀ ਚੁੱਕੇ ਹਾਂ ਕਿ ਇਹਦਾ ਮਕਸਦ ਮੁੱਖ ਜਿਹੜਾ ਈਸਟ ਇੰਡੀਆ ਕੰਪਨੀ ਆਈ ਸਾਡੇ ਦੇਸ਼ ਦੇ ਵਿੱਚ ਵਪਾਰ ਕਰਨ ਲਈ ਆਈ ਸੀਗੇ ਤੇ ਇਹ ਜਿਹੜਾ ਵਪਾਰ ਆ ਸਾਨੂੰ ਪਤਾ ਕਿ 1833 ਦੇ ਵਿੱਚ ਪ੍ਰੋਪਰਲੀ ਬੰਦ ਹੋ ਗਿਆ ਸੀਗਾ। ਵੈਸੇ 13 ਚ ਕਰਤਾ ਸੀ ਇਹਨਾਂ ਨੇ ਤੇ ਚਾਹ ਦਾ ਰਹਿ ਗਿਆ ਸੀ, ਇਹਨਾਂ ਨੇ ਕਦੋਂ ਕੀਤਾ ਖਤਮ 1833 ਦੇ ਵਿੱਚ ਕੀਤਾ ਸੀਗਾ। ਠੀਕ ਹੈ। ਸੋ ਅੱਗੇ ਜਿਹੜਾ 1858 ਦੇ ਵਿੱਚ ਜਿਹੜਾ ਸਾਡਾ ਭਾਰਤ ਹੈਗਾ ਉਹ ਕੰਪਨੀ ਦੇ ਹੱਥਾਂ ਤੋਂ ਨਿਕਲ ਕੇ ਕਿੱਥੇ ਚਲਾ ਗਿਆ, ਬ੍ਰਿਟਿਸ਼ ਕਰਾਊਨ ਦੇ ਅੰਦਰ ਚਲਾ ਗਿਆ ਕਿਉਂਕਿ ਜਿਹੜਾ ਪਹਿਲਾਂ ਸਾਡੇ ਦੇਸ਼ ਦੇ ਵਿੱਚ ਕੀ ਆ ਕੰਪਨੀ ਦੇ ਅਧੀਨ ਸੀ ਕੰਮ ਤੇ ਉਸ ਤੋਂ ਬਾਅਦ ਇਹ ਕਿੱਥੇ ਚਲਾ ਗਿਆ, ਬ੍ਰਿਟਿਸ਼ ਕਰਾਊਨ ਦੇ ਅਧੀਨ ਚਲਾ ਜਾਂਦਾਗਾ। ਜਿਹੜਾ ਸ਼ਾਸਨ ਬਹੁਤ ਵਾਰੀ ਕੁਐਸਚਨ ਆਇਆ ਹੈ ਤੁਹਾਨੂੰ ਇਹਦੇ ਵਿੱਚ ਯਾਦ ਰੱਖਿਓ ਜੀ। ਨੈਕਸਟ ਆਪਾਂ ਦੇਖਦੇ ਹਾਂ ਜੀ ਅੱਗੇ ਸਾਡੇ ਕੋਲੇ ਕੀ ਆ। ਅੱਗੇ ਥੋੜਾ ਜਿਹਾ ਆਪਾਂ ਪੜ੍ਹਨਾਗਾ ਕਿ ਪਲਾਸੀ ਤੇ ਬਕਸਰ ਦੀ ਲੜਾਈ ਬਾਰੇ ਥੋੜਾ ਜਿਹਾ ਤੁਹਾਨੂੰ ਦੱਸਣਾਗਾ ਕਿਉਂਕਿ ਇਹਦੀ ਆਪਣਾ ਕਹਿੰਦੇ ਬੈਕਗਰਾਉਂਡ ਤੇ ਥੋੜਾ ਪਤਾ ਹੋਣਾ ਚਾਹੀਦੀ ਹੈ ਪੈਟਫਾਰਮ ਤੁਹਾਨੂੰ ਇਹਦੇ ਬਾਰੇ। ਤਾਂ 23 ਜੂਨ 1757 ਨੂੰ 23 ਜੂਨ 1757 ਨੂੰ ਜਿਹੜਾ ਪਲਾਸੀ ਦਾ ਯੁੱਧ ਹੁੰਦਾਗਾ। ਪਲਾਸੀ ਤੁਸੀਂ ਸਾਰੇ ਜਾਣਦੇ ਹੋ ਕਿ ਅੰਗਰੇਜ਼ਾਂ ਦੁਆਰਾ ਇਹ ਲੜਿਆ ਜਾਣ ਵਾਲਾ ਅਸਲ ਦੇ ਵਿੱਚ ਪਹਿਲਾ ਇੱਕ ਮਹੱਤਵਪੂਰਨ ਯੁੱਧ ਮੰਨਿਆ ਜਾਂਦਾ ਪਲਾਸੀ ਦਾ। ਪਲਾਸੀ ਜਿਹੜਾ ਪੈਂਦਾ ਵੈਸਟ ਬੰਗਾਲ ਦੇ ਵਿੱਚ ਪੈਂਦਾ ਜੀ। ਪਲਾਸੀ ਕਿੱਥੇ ਪੈਂਦਾ, ਪੱਛਮੀ ਬੰਗਾਲ ਦੇ ਵਿੱਚ ਭਾਗੀਰਥੀ ਨਦੀ ਦੇ ਤੱਟ ਤੇ ਜਿਹੜਾ ਸਥਾਨ ਪੈਂਦਾਗਾ। ਤੇ ਇਹ ਜਿਹੜਾ ਕਿਵੇਂ ਯਾਦ ਰੱਖਣਾ, ਤੁਸੀਂ ਇੱਕ ਟ੍ਰਿਕ ਯਾਦ ਰੱਖਦੇ ਹੋ, ਪੱਪੇ ਤੇ ਪੱਛਮੀ ਬੰਗਾਲ। ਤੁਸੀਂ ਇਸ ਤਰੀਕੇ ਨਾਲ ਯਾਦ ਰੱਖ ਲਓ, ਪੱਪੇ ਤੇ ਪਲਾਸੀ, ਪੱਪੇ ਤੇ ਪੱਛਮੀ ਬੰਗਾਲ ਦੇ ਵਿੱਚ ਜਿਹੜਾ ਯੁੱਧ ਹੋਇਆ ਸੀਗਾ। ਆਪਾਂ ਪੜਾਂਗੇ ਯੁੱਧ ਦੇ ਵਿੱਚ ਸਰਾਜੂਦੌਲਾ ਤਾਂ ਜਿਹੜੇ ਸਹਾਇਕ ਸੀ ਉਹਦੇ ਵਿੱਚ ਕੀ ਗਦਾਰੀ ਕਾਰਨ, ਠੀਕ ਆ, ਇਹਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਆਪਾਂ ਇਹਦੀ ਡਿਟੇਲ ਪੜਾਂਗੇ ਪਲਾਸੀ ਦੇ ਯੁੱਧ ਦੇ ਵਿੱਚ। ਉਸ ਤੋਂ ਬਾਅਦ ਅੱਗੇ 1700 ਆਪਣਾ ਜਿਹੜਾ 22 ਦੇ ਵਿੱਚ ਹੁੰਦਾਗਾ 1764 ਦੇ ਵਿੱਚ 22 ਅਕਤੂਬਰ 1764 ਨੂੰ ਜਿਹੜਾ ਬਕਸਰ ਦੀ ਲੜਾਈ ਹੁੰਦੀ ਆ। ਬਕਸਰ ਦੀ ਉਹ ਲੜਾਈ ਸੀ ਜਿਹਨੇ ਪਲਾਸੀ ਦਾ ਅਧੂਰਾ ਕਾਰਜ ਪੂਰਾ ਕੀਤਾ ਸੀਗਾ। ਤੇ ਇਹਦੇ ਵਿੱਚ ਕੀ ਹੋਇਆਗਾ, ਇਹਦੇ ਵਿੱਚ ਬੰਗਾਲ ਬਿਹਾਰ ਜਦੋਂ ਇਹ ਲੜਾਈ ਜਿੱਤ ਲੈਂਦੇ ਅੰਗਰੇਜ਼ ਤਾਂ ਉਸ ਤੋਂ ਬਾਅਦ 1765 ਦੇ ਵਿੱਚ ਇਲਾਹਾਬਾਦ ਦੀ ਸੰਧੀ ਹੁੰਦੀ ਆ ਤਾਂ ਜਿਹਦੇ ਵਿੱਚ ਆਪਣਾ ਬੰਗਾਲ ਬਿਹਾਰ ਉੜੀਸਾ ਦੀ ਜਿਹੜੇ ਇਹਨਾਂ ਨੂੰ ਜਿਹੜੀ ਦੀਵਾਨੀ ਮਿਲ ਜਾਂਦੀ ਆ ਇਲਾਹਾਬਾਦ ਦੀ ਸੰਧੀ ਦੇ ਰਾਹੀਂ। ਸੋ ਇੱਥੇ ਤੁਸੀਂ ਯਾਦ ਰੱਖਣਾ ਕਦੋਂ ਮਿਲਦੀ ਹੈ 1765 ਦੇ ਵਿੱਚ। ਇਹ ਆਪਾਂ ਅੱਗੇ ਜਾ ਕੇ ਇਹਨੂੰ ਐਕਸਪਲੇਨ ਕਰਾਂਗੇ, ਉੱਥੇ ਇਹਨੂੰ ਚੰਗੇ ਤਰੀਕੇ ਨਾਲ ਪੜਾਂਗੇ। ਠੀਕ ਆ। ਸੋ ਯਾਦ ਰੱਖਣਾ ਜਿਹੜਾ ਬਕਸਰ ਦਾ ਯੁੱਧ ਕਦੋਂ ਹੁੰਦਾਗਾ। ਤੇ ਦੂਸਰੇ ਨੰਬਰ ਤੇ ਜਿਹੜਾ ਬੰਗਾਲ ਬਿਹਾਰ ਉੜੀਸਾ ਦੀ ਜਿਹੜੀ ਦੀਵਾਨੀ ਲਈ ਜਾਂਦੀ ਆ ਉਹ 1765 ਦੇ ਵਿੱਚ ਬੰਗਾਲ ਬਿਹਾਰ ਉੜੀਸਾ। ਤੇ ਉਸ ਤੋਂ ਬਾਅਦ ਬੰਗਾਲ ਦੇ ਵਿੱਚ ਇਹ ਸਥਾਨ ਸਥਿਤ ਹੈ। ਤੇ ਇਹਦਾ ਟ੍ਰਿਕ ਕੀ ਆ, ਬੱਬੇ ਤੇ ਬੰਗਾਲ ਯਾਦ ਰੱਖਣਾ ਤੇ ਬੱਬੇ ਤੇ ਕੀ ਬਣ ਗਿਆ, ਬਕਸਰ ਬਣ ਗਿਆ। ਸੋ ਇਹਨੂੰ ਇਸ ਤਰੀਕੇ ਨਾਲ ਯਾਦ ਰੱਖਦੇ ਹੋ ਤਾਂ ਇੱਥੋਂ ਬੱਬੇ ਤੇ ਬੰਗਾਲ, ਬੱਬੇ ਤੇ ਬਕਸਰ, ਪੱਪੇ ਤੇ ਪੱਛਮੀ ਬੰਗਾਲ ਤੇ ਪੱਪੇ ਤੇ ਜਿਹੜਾ ਤੁਸੀਂ ਯਾਦ ਰੱਖਣਾ ਪਲਾਸੀ। ਜਿਸ ਤਰ੍ਹਾਂ ਤਰਾਇਨ ਦਾ ਯੁੱਧ ਪਸਰਿਆ ਸੀ ਮਾਸਟਰਗੇਟ ਦੇ ਵਿੱਚ, ਜਿਹੜਾ ਤਰਾਇਨ ਦਾ ਯੁੱਧ ਕਿੱਥੇ ਹੋਇਆ। ਸੋ ਇਸ ਤਰੀਕੇ ਨਾਲ ਤੁਹਾਨੂੰ ਕਈ ਵਾਰੀ ਕੁਐਸਚਨ ਪੁੱਟ ਕੀਤਾ ਜਾ ਸਕਦਾ ਵੀ ਕਿਹੜਾ ਯੁੱਧ ਕਿੱਥੇ ਹੋਇਆਗਾ। ਉਸ ਤੋਂ ਬਾਅਦ ਕੀ ਹੁੰਦਾ ਜੀ, ਦੇਖੋ ਨੈਕਸਟ ਸਾਡੇ ਕੋਲੇ ਕੁਐਸਚਨ ਕੀ ਹੈਗਾ, ਅੰਗਰੇਜ਼ਾਂ ਨੇ ਹੁਣ ਕੀ ਕੀਤਾਗਾ, ਆਪਣਾ ਕੰਪਨੀ ਦੇ ਸੰਚਾਰੂ ਕੰਮਾਂ ਨੂੰ ਚੰਗੇ ਢੰਗ ਨਾਲ ਚਲਾਉਣ ਲਈ ਕੀ ਕੀਤਾ, ਇੱਥੇ ਆਪਣਾ ਲਿਖਤੀ ਕਾਨੂੰਨ ਦਾ ਜਿਹੜਾ ਸੰਵਿਧਾਨ ਦਾ ਮਾਧਿਅਮ ਬਣਾਇਆਗਾ। ਸਭ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਆਪਾਂ ਮਾਲੀ 73 ਦਾ ਜਿਹੜਾ ਐਕਟ ਸੀਗਾ ਉਹ ਇਹਨਾਂ ਦਾ ਪਹਿਲਾ ਲਿਖਤੀ ਜਿਹੜਾ ਆਪਾਂ ਸੰਵਿਧਾਨ ਕਹਿ ਸਕਦੇ ਹਾਂ ਅੰਗਰੇਜ਼ਾਂ ਦਾ 73 ਦੇ ਐਕਟ ਨੂੰ। ਸੋ ਇੱਕ ਇਹਨਾਂ ਨੇ ਕਮੇਟੀ ਵੀ ਗਠਿਤ ਕੀਤੀ ਇਸ ਸੰਬੰਧੀ, ਇੱਕ ਗੋਪੀਨੀਆ ਕਮੇਟੀ। ਠੀਕ ਹੈ। ਬਟ ਤੁਸੀਂ ਇੱਕ ਗੱਲ ਜਿਹੜੀ ਯਾਦ ਰੱਖਣੀ ਆ ਉਹ ਕੀ ਹੈਗਾ ਕਿ ਇੱਥੇ ਇਹਨਾਂ ਨੇ ਜਿਹੜਾ ਬਿੱਲ ਪੇਸ਼ ਕੀਤਾ ਸੀ ਪਹਿਲਾਂ ਸੰਸਦ ਦੇ ਵਿੱਚ। ਸੰਸਦ ਕਿਹੜੇ ਦੇ ਵਿੱਚ, ਬ੍ਰਿਟੇਨ ਦੇ ਵਿੱਚ। ਇੱਥੇ ਨਹੀਂ ਕਿ ਇੰਡੀਆ ਦੇ ਵਿੱਚ ਆਪਾਂ ਗੱਲ ਕਰ ਲਈ, ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਲੋਕ ਸਭਾ ਉਹ ਗਠਿਤ ਹੋਏਗੀ 17 ਅਪ੍ਰੈਲ 1952 ਨੂੰ, ਜਿਹੜੀ ਰਾਜ ਸਭਾ ਉਹ 3 ਅਪ੍ਰੈਲ 1952 ਨੂੰ। ਉਹ ਤਾਂ ਬਾਅਦ ਦੀਆਂ ਗੱਲਾਂ ਨੇ। ਤਾਂ ਇੱਥੇ ਜਿਹੜਾ ਬ੍ਰਿਟਿਸ਼ ਸਦਨ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਉੱਥੇ ਦੋ ਹਾਊਸ ਨੇ, ਇੱਕ ਲਾਰਡ ਆਫ ਜਿਹੜਾ ਹਾਊਸ ਆਫ ਕਾਮਨ ਅਤੇ ਹਾਊਸ ਆਫ ਲਾਰਡ, ਜਿਹੜੇ ਇੱਥੇ ਦੋ ਸਦਨ ਨੇ। ਤੇ ਸਭ ਤੋਂ ਪਹਿਲਾਂ ਜਿਹੜਾ ਬਿੱਲ ਨੂੰ ਪੇਸ਼ ਕੀਤਾ ਗਿਆ 18 ਮਈ 1773 ਨੂੰ ਇੱਥੇ ਪੇਸ਼ ਕੀਤਾ ਗਿਆ। ਉਸ ਤੋਂ ਬਾਅਦ 10 ਜੂਨ ਨੂੰ ਇੱਥੋਂ ਜਿਹੜਾ ਬਿੱਲ ਪਾਸ ਹੋ ਗਿਆ। ਤੇ ਉਸ ਤੋਂ ਬਾਅਦ ਕੀ ਹੁੰਦਾਗਾ 19 ਜੂਨ 1773 ਨੂੰ ਜਿਹੜਾ ਇਹ ਕਿੱਥੋਂ ਪਾਸ ਹੋ ਗਿਆ, ਹਾਊਸ ਆਫ ਲਾਰਡ ਦੇ ਵਿੱਚੋਂ ਪਾਸ ਹੋ ਜਾਂਦਾ ਜੀ। ਠੀਕ ਹੈ। ਕਿਹੜਾ ਆਪਾਂ ਕਹਿੰਦੇ 1773 ਦੇ ਰੈਗੂਲੇਟਿੰਗ ਐਕਟ ਵਾਲਾ। ਸੋ ਉਸ ਤੋਂ ਬਾਅਦ ਕੀ ਹੁੰਦਾਗਾ, ਹਾਂਜੀ, ਈਸਟ ਇੰਡੀਆ ਕੰਪਨੀ ਦੇ ਕੰਮਾਂ ਨੂੰ ਨਿਯਮਤ ਤੇ ਨਿਯੰਤਰਨ ਕਰਨ ਵਾਲਾ ਇਹ ਕੀ ਸੀਗਾ, ਸਾਡੇ ਕੋਲੇ ਪਹਿਲਾ ਐਕਟ ਸੀਗਾ। ਇਹ ਤੋਂ ਪਹਿਲਾਂ ਆਪਾਂ ਕੋਈ ਵੀ ਐਕਟ ਨਹੀਂ ਪੜ੍ਹਿਆ। ਜਿਹੜਾ ਕੰਪਨੀ ਅਸਲ ਦੇ ਵਿੱਚ ਕੀ ਸੀਗਾ, ਜਿਹੜੇ ਬ੍ਰਿਟਿਸ਼ ਸੀਗੇ, ਅੰਗਰੇਜ਼ ਸੀਗੇ, ਉਹ ਇੱਕ ਬੜੀ ਦੂਰ ਅੰਦੇਸ਼ੀ ਵਾਲੀ ਸੋਚਦੇ ਸੀਗੇ। ਠੀਕ ਹੈ। ਕਾਫੀ ਵਧੀਆ ਸੋਚਦੇ ਸੀ। ਉਹਨਾਂ ਨੇ ਜਦੋਂ ਪਤਾ ਲੱਗਾ ਕਿ ਸਾਡੇ ਅਧਿਕਾਰੀ ਇੱਥੇ ਕੀ ਕਰ ਰਹੇ ਨੇ,
ਭ੍ਰਿਸ਼ਟਾਚਾਰ ਕਰ ਰਹੇ ਨੇ ਤਾਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਇੱਕਦਮ ਵੀ ਵਾਪਸ ਬੁਲਾ ਲਓ, ਠੀਕ ਆ, ਜਾਂ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਸਜ਼ਾ ਦੇ ਦਿਓ। ਤਾਂ ਉਹਨਾਂ ਨੇ ਇੱਕ ਬੜੇ ਦਿਮਾਗ ਦੇ ਨਾਲ ਸੋਚ ਸਮਝ ਕੇ ਇੱਕ ਰੈਗੂਲੇਟਿੰਗ ਐਕਟ ਲੈ ਕੇ ਆਂਦਾ, ਜਿਹਦੇ ਅਧੀਨ ਉਹਨਾਂ ਨੇ ਕੀ ਕਰਤਾ, ਉਹਨਾਂ ਤੇ ਹੌਲੀ ਹੌਲੀ ਸਕੰਜਾ ਕੱਸਣਾ ਸ਼ੁਰੂ ਕਰਤਾ ਇੱਕ ਇਨਡਾਇਰੈਕਟਲੀ ਤਰੀਕੇ ਨਾਲ, ਕਿ ਉਹਨਾਂ ਨੂੰ ਪਤਾ ਵੀ ਨਾ ਲੱਗੇ ਤੇ ਨਾਲ ਹੀ ਨਾਲ ਉਹਨਾਂ ਨੂੰ ਪੂਰੇ ਸਕੰਜੇ ਦੇ ਵਿੱਚ ਲੈ ਲਿਆ ਈਸਟ ਇੰਡੀਆ ਕੰਪਨੀ ਨੂੰ ਪਹਿਲੇ ਐਕਟ ਰਾਹੀਂ। ਉਸ ਤੋਂ ਬਾਅਦ ਕੀ ਹੋਇਆਗਾ, ਇਸ ਦੇ ਦੁਆਰਾ ਪਹਿਲੀ ਵਾਰ ਕੰਪਨੀ ਦੇ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਕੰਮਾਂ ਨੂੰ ਮਾਨਤਾ ਮਿਲਦੀ ਆ ਤੇ ਨਾਲ ਹੀ ਕੀ ਹੁੰਦਾ, ਕੇਂਦਰੀ ਪ੍ਰਸ਼ਾਸਨ ਦੀ ਨੀਂਹ ਰੱਖੀ ਜਾਂਦੀ ਆ। 1773 ਦੇ ਰੈਗੂਲੇਟਿੰਗ ਐਕਟ ਰਾਹੀਂ ਕੀ ਹੋ ਗਿਆ, ਕੇਂਦਰੀ ਪ੍ਰਸ਼ਾਸਨ ਦੀ ਜਿਹੜੀ ਨੀਂਹ ਉਹ ਰੱਖੀ ਗਈ ਸੀ ਪਹਿਲੀ ਵਾਰ। ਕਈ ਵਾਰੀ ਕੁਐਸਚਨ ਪੁੱਟ ਕੀਤਾ ਜਾ ਸਕਦਾ ਤੁਹਾਨੂੰ ਇਸ ਤੇ। ਅਗਲਾ ਸਾਡੇ ਕੋਲੇ ਦੇਖਦੇ ਹਾਂ ਵਿਸ਼ੇਸ਼ਤਾਵਾਂ। ਜੇ ਆਪਾਂ ਗੱਲ ਕਰ ਲਈ ਸਭ ਤੋਂ ਜ਼ਿਆਦਾ ਪੇਪਰ 'ਚ ਪੁੱਟ ਕੀਤੀਆਂ ਜਾਂਦੀਆਂ ਨੇ ਇਹਦੀਆਂ ਵਿਸ਼ੇਸ਼ਤਾਵਾਂ ਸੰਬੰਧੀ ਤੁਹਾਨੂੰ ਕੁਐਸਚਨ, ਵੀ ਜਿਹੜਾ ਰੈਗੂਲੇਟਿੰਗ ਐਕਟ ਸੀਗਾ ਉਹਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਸੀਗੀਆਂ। ਤਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਇਸ ਐਕਟ ਦੁਆਰਾ ਬੰਗਾਲ ਦੇ ਗਵਰਨਰ ਨੂੰ ਬੰਗਾਲ ਦਾ ਗਵਰਨਰ ਜਨਰਲ ਕਿਹਾ ਗਿਆ। ਮੋਸਟ ਇੰਪੋਰਟੈਂਟ ਪੁਆਇੰਟ ਆ ਜੀ, ਬਹੁਤ ਵਾਰੀ ਪੇਪਰਾਂ 'ਚ ਪੁੱਟ ਕੀਤਾ ਗਿਆ ਵੀ ਕਿਹੜਾ ਐਕਟ ਸੀ ਜਿਹਦੇ ਥਰੂ ਵਾਰਨ ਹੇਸਟਿੰਗ ਨੂੰ ਬੰਗਾਲ ਦਾ ਗਵਰਨਰ ਜਨਰਲ ਘੋਸ਼ਿਤ ਕੀਤਾ ਗਿਆ ਸੀ। ਤਾਂ ਉਹ 1773 ਦਾ ਰੈਗੂਲੇਟਿੰਗ ਐਕਟ ਆ। ਤੁਸੀਂ ਰੈੱਡ ਦੇ ਵਿੱਚ ਜਿਹੜੇ ਆਪਣੇ ਹਾਈਲਾਈਟ ਕੀਤੇ ਨੂੰ ਦੇਖ ਸਕਦੇ ਹੋ, ਜ਼ਿਆਦਾ ਇੰਪੋਰਟੈਂਟ ਨਹੀਂ। ਉਸ ਤੋਂ ਅੱਗੇ ਦੇਖਦੇ ਹਾਂ ਨੈਕਸਟ ਜਿਹੜਾ ਦੇ ਵਿੱਚ ਕਿਸੇ ਗਵਰਨਰ ਜਨਰਲ ਦੀ ਸਹਾਇਤਾ ਦੇ ਲਈ ਇੱਕ 4 ਮੈਂਬਰੀ ਕਾਰਜਕਾਰਨੀ ਪ੍ਰੀਸ਼ਦ ਦੀ ਜਿਹੜਾ ਗਠਨ ਕੀਤਾ ਗਿਆ। ਜਦੋਂ ਵਾਰਨ ਹੇਸਟਿੰਗਸ ਇਹਦੇ ਨਾਲ ਕੰਮ ਦੇ ਲਈ 4 ਹੋਰ ਜਿਹੜੇ ਮੈਂਬਰ ਨਿਯੁਕਤ ਕੀਤੇ ਗਏ, ਜਿਨ੍ਹਾਂ ਦੀ ਆਪਾਂ ਗੱਲ ਕਰਾਂਗੇ ਅੱਗੇ ਜਾ ਕੇ। ਸੋ ਇਹ ਟੋਟਲ ਕਿੰਨੇ ਸੀ ਕਿ 4 + 1 ਤਾਂ ਕਿੰਨੇ ਹੋ ਗਏ ਜੀ, ਇਹ 5 ਸੀ ਟੋਟਲ। ਤਾਂ 5 ਦੇ ਵਿੱਚੋਂ ਤੁਸੀਂ ਯਾਦ ਰੱਖਣੇ ਆ ਕਿ ਇਹਨਾਂ ਦੇ ਕਿਹੜੇ ਨਾਮ ਸੀਗੇ, ਜਾਂ ਇਹਨਾਂ ਦੀ ਨਿਯੁਕਤੀ ਕਿਸ ਤਰ੍ਹਾਂ ਕੀਤੀ ਜਾਂਦੀ ਸੀ, ਜਾਂ ਫਿਰ ਇਹਨੂੰ ਹਟਾਇਆ ਕਿਸ ਤਰੀਕੇ ਨਾਲ ਜਾਂਦਾ ਸੀਗਾ। ਤਾਂ ਇਹਦੇ ਵਿੱਚ ਕਿਹੜੇ ਸੀਗੇ ਜੀ, ਵਾਰਵਿਲ ਹੋ ਗਿਆ, ਫਿਲਿਪ ਫਰਾਂਸਿਸ ਹੋ ਗਿਆ, ਕਲੈਵਰਿੰਗ ਹੋ ਗਿਆ ਤੇ ਮਾਨਸਨ ਹੋ ਗਿਆ। ਸੋ ਇਹ 4 ਜਿਹੜੇ ਇਹਦੀ ਕਾਰਜਕਾਰਨੀ ਪ੍ਰੀਸ਼ਦ ਦੇ ਮੈਂਬਰ ਸੀਗੇ। ਤਾਂ ਇਹਨਾਂ ਦੀ ਆਪਾਂ ਜੇ ਗੱਲ ਕਰ ਲਈਏ ਤਾਂ ਇਹ ਜਿਹੜੇ ਹੈ ਆਪਾਂ ਇੱਕ ਟ੍ਰਿਕ ਬਣਾ ਸਕਦੇ ਹਾਂ, BF ਕਮ। ਸੋ ਇੱਥੇ ਟ੍ਰਿਕ ਹੈ, B ਤੋਂ ਵਾਰਵਿਲ ਹੋ ਗਿਆ, F ਤੋਂ ਫਿਲਿਪ ਫਰਾਂਸਿਸ ਹੋ ਗਿਆ, K ਤੋਂ ਕਲੈਵਰਿੰਗ, M ਤੋਂ ਮਾਨਸਨ, ਠੀਕ ਹੈ। ਸੋ BF ਕੰਮ ਦਾ ਨਹੀਂ ਜਾਂ ਕੰਮ ਨਹੀਂ ਕਰਦਾ, ਇਸ ਤਰੀਕੇ ਨਾਲ ਸੌਖੇ ਤਰੀਕੇ ਨਾਲ ਯਾਦ ਰੱਖ ਲਓ ਤਾਂ ਬੜੇ ਸਿੰਪਲੀ ਤਰੀਕੇ ਨਾਲ ਤੁਹਾਡੇ ਯਾਦ ਰਹੇਗਾ। ਉਸ ਤੋਂ ਬਾਅਦ ਕੀ ਆ, ਵਾਰਨ ਹੇਸਟਿੰਗ ਦੀ ਜਿਹੜੀ ਸਾਡੇ ਕੋਲੇ ਸੈਲਰੀ ਸੀ 25,000 ਪਾਉਂਡ ਹੁੰਦੀ ਸੀ, ਇਹਨਾਂ ਦੀ ਜਿਹੜੀ ਹੁੰਦੀ ਸੀ 10,000 ਪਾਉਂਡ, ਠੀਕ ਆ। ਸੋ ਇਹ ਤੁਹਾਨੂੰ ਸੈਲਰੀ ਦੇ ਵਿੱਚ ਕੁਐਸਚਨ ਨਹੀਂ ਪੁੱਟ ਕੀਤਾ ਜਾਂਦਾ। ਆਮ ਤੌਰ 'ਤੇ ਤੁਹਾਨੂੰ ਕੀ ਪੁੱਟ ਕੀਤਾ ਜਾਏਗਾ ਕਿ ਜਿਹੜੀ ਵਾਰਨ ਹੇਸਟਿੰਗ ਦੀ ਕਾਰਜਕਾਰਨੀ ਪ੍ਰੀਸ਼ਦ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਸੀ, ਤੇ ਅੱਗੇ ਜਾ ਕੇ ਕੀ ਹੋਏਗਾ, ਇਹ ਗਿਣਤੀ ਜਿਹੜੀ 4 ਤੋਂ ਘਟਾ ਕੇ 3 ਕਰ ਦਿੱਤੀ ਜਾਊਗੀ। ਉਹਦਾ ਕਾਰਨ ਸੀਗਾ ਕਿਉਂਕਿ ਜਿਹੜੇ ਇਹਨਾਂ ਦੇ ਵਿੱਚ ਵਾਰਵਿਲ ਸੀਗਾ ਇਹੀ ਸਮਰਥਕ ਸੀਗਾ ਵਾਰਨ ਹੇਸਟਿੰਗ ਦਾ, ਬਾਕੀ ਜਿਹੜੇ ਸੀਗੇ ਉਹ ਤਿੰਨੇ ਇੰਗਲੈਂਡ ਤੋਂ ਚੁਣ ਕੇ ਆਏ ਸੀ ਆਹ ਵਾਲੇ। ਤਾਂ ਇਹ ਆਪਣੀ ਮੈਜੋਰਟੀ ਬਣਾ ਲੈਂਦੇ ਸੀ, ਜਦੋਂ ਕੋਈ ਬਿੱਲ ਪਾਸ ਕਰਨਾ ਹੁੰਦਾ ਸੀ ਤਾਂ ਆਪਣਾ ਇੱਕ ਪਾਸੇ ਵੋਟ ਦੇ ਦਿੰਦੇ ਸੀ, ਜਿਸ ਕਰਕੇ ਵਾਰਨ ਹੇਸਟਿੰਗ ਨੂੰ ਇਹਨਾਂ ਤੋਂ ਕਾਫੀ ਪ੍ਰੋਬਲਮ ਜਿਹੜੀ ਉਹ ਰਹੀ ਆ। ਸੋ ਅੱਗੇ ਜਾ ਕੇ ਆਪਾਂ ਇਹਦੇ ਬਾਰੇ ਡਿਸਕਸ ਵੀ ਕਰਾਂਗੇ। ਨੈਕਸਟ ਆਪਾਂ ਦੇਖਦੇ ਹਾਂ ਜੀ ਅਗਲਾ ਪੁਆਇੰਟ ਸਾਡੇ ਕੋਲ ਕੀ ਆ। ਤੇ ਅਗਲੇ ਪੁਆਇੰਟ ਦੇ ਵਿੱਚ ਇਹੀ ਪੁਆਇੰਟ ਤੁਹਾਨੂੰ ਦੱਸ ਰਿਹਾ, ਜਿਹੜਾ ਮੈਂ ਇਹਨਾਂ ਵਿੱਚੋਂ ਵਾਰਵਿਲ ਸੀ ਜਿਹੜਾ ਉਹ ਵਾਰਨ ਹੇਸਟਿੰਗ ਦਾ ਸਮਰਥਕ ਸੀ। ਕਿਉਂਕਿ ਇਹਦੀ ਨਿਯੁਕਤੀ ਭਾਰਤ ਵਿੱਚ ਹੋਈ ਸੀਗੀ, ਤੇ ਜਿਹੜੇ ਬਾਕੀ 3 ਸੀ ਕਿੱਥੋਂ ਚੁਣ ਕੇ ਆਏ ਸੀਗੇ, ਇੰਗਲੈਂਡ ਦੇ ਵਿੱਚੋਂ। ਤਾਂ ਇਹ ਤਿੰਨਾਂ ਦੀ ਆਪਸ ਵਿੱਚ ਕੀ ਸੀ, ਬਣਦੀ ਸੀ, ਤੇ ਇਹ ਦੋਵੇਂ ਅਲੱਗ ਸੀ। ਤਾਂ ਕਰਕੇ ਜਿਹੜਾ ਅਗਲੇ ਜਾ ਕੇ ਐਕਟ ਦੇ ਵਿੱਚ ਆਪਾਂ ਪੜਾਂਗੇ ਵੀ ਜਿਹੜਾ ਇੱਕ ਮੈਂਬਰ ਹੀ ਘਟਾ ਦਿੱਤਾ ਜਾਊਗਾ ਤਾਂ ਇਹ ਸਮੱਸਿਆ ਨਹੀਂ ਰਹਿੰਦੀ ਜਿਹੜੀ ਆਪਣੀ ਮੈਜੋਰਟੀ ਵਾਲੀ। ਉਸ ਤੋਂ ਬਾਅਦ ਕੀ ਆ, ਵਾਰਨ ਹੇਸਟਿੰਗ ਨੂੰ ਭਾਰਤ ਦੇ ਵਿੱਚ ਅੰਗਰੇਜ਼ੀ ਸਾਮਰਾਜ ਦਾ ਸੰਸਥਾਪਕ ਵੀ ਮੰਨਿਆ ਜਾਂਦਾ ਗਾ, ਠੀਕ ਹੈ। ਸੋ ਆਪਾਂ ਯਾਦ ਰੱਖ ਸਕਦੇ ਹਾਂ ਕਿ ਵਾਰਨ ਹੇਸਟਿੰਗ ਨੂੰ ਭਾਰਤ ਵਿੱਚ ਅੰਗਰੇਜ਼ੀ ਰਾਜ ਦਾ ਸੰਸਥਾਪਕ ਮੰਨਿਆ ਗਿਆ ਜੀ। ਨੈਕਸਟ ਸਾਡੇ ਕੋਲ ਅਗਲਾ ਪੁਆਇੰਟ ਕੀ ਆ ਜੀ, ਅੱਗੇ ਕੀ ਆ ਕਿ ਜਿਹੜੇ ਮੈਂਬਰ ਸੀਗੇ, ਜਿਹੜੇ ਕਾਰਜਕਾਰਨੀ ਪ੍ਰੀਸ਼ਦ ਦੇ ਮੈਂਬਰ ਸੀ, ਇਹਨਾਂ ਦਾ ਕਾਰਜਕਾਲ ਕਿੰਨਾ ਸੀਗਾ, 5 ਸਾਲ ਦਾ ਹੁੰਦਾ ਸੀਗਾ। ਸੋ 5 ਸਾਲ ਕਾਰਜਕਾਲ ਤੁਸੀਂ ਯਾਦ ਰੱਖਣਾਗਾ। ਕੋਰਟ ਆਫ ਡਾਇਰੈਕਟਰ ਦੇ 24 ਮੈਂਬਰਾਂ ਦੀ ਜਿਹੜੀ ਸੰਤੁਸ਼ਟੀ ਬ੍ਰਿਟਿਸ਼ ਸੰਸਦ ਦੁਆਰਾ ਜਿਹੜਾ ਇਹਨਾਂ ਨੂੰ ਹਟਾਇਆ ਜਾਂਦਾ ਸੀਗਾ, ਬ੍ਰਿਟਿਸ਼ ਸਮਰਾਟ, ਠੀਕ ਆ, ਇਹੀ ਲਗਾਉਂਦਾ ਸੀ ਇਹਨਾਂ ਨੂੰ ਜਿਹੜੀ ਜ਼ਿਆਦਾ, ਤੇ ਹਟਾਉਣ ਦੇ ਅਧਿਕਾਰ ਵੀ ਜਿਹੜੇ ਬ੍ਰਿਟਿਸ਼ ਸਮਰਾਟ ਕੋਲੇ ਹੁੰਦੇ ਸੀ ਇਹਨਾਂ ਨੂੰ। ਸੋ ਇਹ ਤੁਸੀਂ ਯਾਦ ਰੱਖਣਾ। ਤੇ ਕਾਰਜਕਾਲ ਕਿੰਨਾ ਹੁੰਦਾ ਸੀ ਇਹਨਾਂ ਦਾ, 5 ਸਾਲ ਜਿਹੜੀ ਕਾਰਜਕਾਰਨੀ ਪ੍ਰੀਸ਼ਦ ਦੇ ਮੈਂਬਰਾਂ ਦਾ। ਤੇ ਇਹਨਾਂ ਨੂੰ ਹਟਾਇਆ ਕਿਵੇਂ ਜਾਂਦਾ ਸੀ, ਕੋਰਟ ਆਫ ਡਾਇਰੈਕਟਰ ਦੀ ਸਹਿਮਤੀ ਦੇ ਨਾਲ ਬ੍ਰਿਟਿਸ਼ ਸਮਰਾਟ ਦੇ ਦੁਆਰਾ। ਉਸ ਤੋਂ ਅੱਗੇ ਦੇਖਦੇ ਹਾਂ ਮਦਰਾਸ। ਇੱਕ ਇਸ ਐਕਟ ਦੀ ਵਿਸ਼ੇਸ਼ਤਾ ਕੀ ਸੀ, ਜਿਹੜਾ ਮਦਰਾਸ ਤੇ ਬੰਬੇ ਸੀਗਾ, ਸੋ ਇਹਨੂੰ ਕੀ ਕੀਤਾ, ਬੰਗਾਲ ਦੇ ਅਧੀਨ ਕਰਤਾ ਗਾ। ਕੀ ਕਰਤਾ, ਬੰਗਾਲ ਦੇ ਅਧੀਨ ਕਰਤਾ ਵੀ ਜਿਹੜਾ ਸਾਰਾ ਮਦਰਾਸ ਤੇ ਮੁੰਬਈ ਦੇ ਜਿਹੜੇ ਕੰਮ ਹੋਣਗੇ ਉਹ ਬੰਗਾਲ ਪ੍ਰੈਜ਼ੀਡੈਂਸੀ ਕਰੂਗੀ। ਸੋ ਇਹ ਵੀ ਇਸ ਐਕਟ ਦੀ ਇੱਕ ਵੱਖਰਤਾ ਸੀਗੀ। ਇਸ ਤੋਂ ਪਹਿਲਾਂ ਕੀ ਹੁੰਦਾ ਸੀ, ਇਹ ਸਾਰੇ ਇੱਕ ਦੂਜੇ ਤੋਂ ਅਲੱਗ ਹੁੰਦੇ ਸੀਗੇ। ਇਹ ਤੋਂ ਪਹਿਲਾਂ ਹੁੰਦਾ ਸੀਗਾ ਇਹਦੇ ਜਿਹੜੇ ਪਹਿਲਾਂ ਗਵਰਨਰ ਦੇ ਪ੍ਰੈਜ਼ੀਡੈਂਸੀਆਂ ਤੇ, ਜਿਵੇਂ ਮਦਰਾਸ ਹੋ ਗਿਆ, ਮੁੰਬਈ ਹੋ ਗਿਆ ਤੇ ਬੰਗਾਲ ਹੋ ਗਿਆ, ਇਹਨਾਂ ਦੇ ਪਹਿਲਾਂ ਅਲੱਗ-ਅਲੱਗ ਜਿਹੜੇ ਆਪੋ ਤੇ ਗਵਰਨਰ ਹੁੰਦੇ ਸੀਗੇ। ਪਰ ਇਹਦੇ ਵਿੱਚ ਕੀ ਕਰਤਾ, ਮਦਰਾਸ ਤੇ ਮੁੰਬਈ ਨੂੰ ਕੀ ਕਰਤਾ ਸੀਗਾ, ਇਹਦੇ ਅੰਡਰ ਕਰਤਾ ਸੀ। ਤਾਂ ਤੁਸੀਂ ਯਾਦ ਰੱਖਣਾ ਜੀ। ਨੈਕਸਟ ਸਾਡੇ ਕੋਲੇ ਦੇਖਦੇ ਹਾਂ ਜੀ ਅਗਲਾ ਜਿਹੜੇ ਪੁਆਇੰਟ ਕੀ ਆ। ਅੱਗੇ ਸਾਡੇ ਕੋਲੇ ਕੀ ਬਣਦਾ ਜੀ, ਕੋਰਟ ਆਫ ਡਾਇਰੈਕਟਰ ਦੇ ਜਿਹੜੇ ਮੈਂਬਰ ਸੀਗੇ, ਇਹਨਾਂ ਦਾ ਕਾਰਜਕਾਲ ਇਹਨਾਂ ਨੇ ਕੀ ਕੀਤਾ, 1 ਸਾਲ ਤੋਂ ਵਧਾ ਕੇ ਕਿੰਨਾ ਕਰਤਾ, 4 ਸਾਲ ਜੀ। 1 ਸਾਲ ਤੋਂ ਵਧਾ ਕੇ ਕਿੰਨਾ ਕਰਤਾ, 4 ਸਾਲ।
ਤੇ 1/4 ਮੈਂਬਰ ਕੀ ਆ, ਹਰ ਸਾਲ ਰਿਟਾਇਰ ਹੋਣਗੇ ਕਹਿੰਦੇ। ਤੇ ਉਸ ਤੋਂ ਬਾਅਦ ਕੀ ਆ, ਪਰੰਤੂ ਲਗਾਤਾਰ ਚੋਣ ਲੜ ਸਕਦੇ ਸੀਗੇ। ਤੇ ਕਾਰਜਕਾਲ ਦੀ ਆਪਾਂ ਗੱਲ ਕਰ ਲਈ, ਕੋਰਟ ਆਫ ਡਾਇਰੈਕਟਰ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਸੀਗਾ, ਤੇ ਇਹ ਤੁਸੀਂ ਯਾਦ ਰੱਖਣਾ ਪੁਆਇੰਟ। ਤੇ ਉਸ ਤੋਂ ਬਾਅਦ ਰਿਟਾਇਰ ਕਿੰਨੇ ਟਾਈਮ ਬਾਅਦ ਹੁੰਦੇ ਸੀ, ਇਹ ਤੁਸੀਂ ਯਾਦ ਰੱਖਣਾ। ਸੋ 1 ਸਾਲ ਤੋਂ 4 ਸਾਲ ਕਰਤਾ, ਤੇ ਰਿਟਾਇਰਮੈਂਟ ਜਿਹੜੀ ਹੁੰਦੀ ਸੀ 1/4 ਮੈਂਬਰ ਜਿਹੜੇ ਤੇ ਰਿਟਾਇਰ ਹੋ ਜਾਂਦੇ ਸੀਗੇ ਹਰ ਸਾਲ। ਸੋ ਇਹ ਪੁਆਇੰਟ ਤੁਸੀਂ ਨੋਟ ਕਰ ਸਕਦੇ ਜੀ। ਅਗਲਾ ਸਾਡੇ ਕੋਲੇ ਹੈਗਾ ਕਿ ਵੋਟ ਪਾਉਣ ਦਾ ਅਧਿਕਾਰ ਤਾਂ ਇੱਥੇ ਕੀ ਕਰਤਾ ਸੀਗਾ। ਦੇਖੋ ਅੰਗਰੇਜ਼ਾਂ ਨੇ ਵੋਟ ਪਾਉਣ ਦਾ ਅਧਿਕਾਰ ਹਰ ਇੱਕ ਨੂੰ ਨਹੀਂ ਦਿੱਤਾ, ਵੀ ਹਰ ਇੱਕ ਨੂੰ ਦਿੱਤਾ। ਜਿਵੇਂ ਆਪਾਂ ਅੱਜ ਕਰਦੇ ਹਾਂ, ਬੇਸ਼ੱਕ ਪੜ੍ਹੇ ਲਿਖੇ ਬੰਦੇ ਕੋਲ ਇੱਕ ਵੋਟ ਪਾਉਣ ਦਾ ਅਧਿਕਾਰ ਆ, ਪਰ ਉਹ ਇਸ ਦੀ ਵਰਤੋਂ ਨਹੀਂ ਕਰਦਾ। ਉਹ ਕਹਿੰਦਾ ਵੀ ਮੇਰੀ ਵੋਟ ਪਾਉਣ ਨਾਲ ਕੀ ਹੋ ਜਾਊਗਾ। ਸੋ ਅੰਗਰੇਜ਼ਾਂ ਨੇ ਜਿਹੜੀ ਵੋਟ ਪਾਉਣ ਦਾ ਅਧਿਕਾਰ ਬੜਾ ਸੀਮਿਤ ਰੱਖਿਆ ਸੀਗਾ। ਬਾਅਦ ਦੇ ਵਿੱਚ ਆਪਾਂ ਨੂੰ ਪਤਾ ਕਿ ਹੌਲੀ ਹੌਲੀ ਐਕਟਾਂ ਦੇ ਥਰੂ ਜਿਹੜਾ ਇਹਨੂੰ ਵਧਾਉਂਦੇ ਗਏ। ਸੋ ਉਹ ਆਪਾਂ ਗੱਲ ਕਰਾਂਗੇ ਅੱਗੇ ਜਾ ਕੇ। ਹੁਣ ਇੱਥੇ ਕੀ ਸੀਗਾ, ਜਿਹਨੇ ਕੰਪਨੀ ਦੇ ਵਿੱਚ 500 ਪਾਉਂਡ ਲਾਇਆ ਹੁੰਦਾ ਸੀ ਇਸ ਤੋਂ ਪਹਿਲਾਂ, ਇਹ ਐਕਟ ਤੋਂ ਪਹਿਲਾਂ, ਉਹਨੂੰ ਵੋਟ ਪਾਉਣ ਦਾ ਅਧਿਕਾਰ ਹੁੰਦਾ ਸੀ, ਤਾਂ ਕੋਰਟ ਆਫ ਡਾਇਰੈਕਟਰ ਦੇ ਮੈਂਬਰਾਂ ਦੀ ਚੋਣ ਕਰਨੀ ਹੁੰਦੀ ਸੀ। ਤਾਂ ਇਹ ਵਧਾ ਕੇ ਇਹਨਾਂ ਨੇ ਕਿੰਨਾ ਕਰਤਾ ਜੀ, 1000 ਪਾਉਂਡ ਕਰਤਾ। ਸੋ ਪਹਿਲਾਂ 500 ਪਾਉਂਡ ਸੀ, ਹੁਣ ਕਿੰਨਾ ਵੋਟ ਪਾਉਣ ਦਾ ਅਧਿਕਾਰ ਇਹਨਾਂ ਨੇ ਕਰਤਾ, 1000 ਪਾਉਂਡ। ਇੱਕ ਹੋਰ ਸੀਗਾ, ਜੇ ਕਿਸੇ ਨੇ 3000 ਪਾਉਂਡ ਲਾਇਆ ਹੁੰਦਾ ਸੀਗਾ ਤਾਂ ਉਹ 2 ਵੋਟਾਂ ਦੇ ਸਕਦਾ ਸੀ। ਜਿਹਨੇ 6000 ਪਾਉਂਡ ਲਾਇਆ ਸੀਗਾ ਉਹ 3 ਵੋਟਾਂ ਦੇ ਸਕਦਾ ਸੀ। ਜਿਹਨੇ 10000 ਪਾਉਂਡ ਲਾਇਆ ਹੁੰਦਾ ਸੀ ਉਹ 4 ਵੋਟਾਂ ਦੇ ਸਕਦਾ ਸੀ। ਇਸ ਤਰੀਕੇ ਨਾਲ ਸੀਗਾ। ਸੋ ਇਹ ਵੀ ਤੁਸੀਂ ਯਾਦ ਰੱਖਣਾ ਵੀ 3000 ਪਾਉਂਡ ਜਿਹਨੇ ਕੰਪਨੀ ਦੇ ਚਲਾਇਆ ਹੁੰਦਾ ਸੀ ਉਹ 2 ਵੋਟਾਂ ਦੇ ਸਕਦਾ ਸੀ। ਜਿਹਨੇ 6000 ਪਾਉਂਡ ਉਹ 3 ਵੋਟਾਂ, ਤੇ 10000 ਪਾਉਂਡ ਵਾਲਾ 4 ਵੋਟਾਂ। ਸੋ ਇਸ ਤਰੀਕੇ ਨਾਲ ਜਿਹੜੇ ਇਹਨਾਂ ਦੀ ਗੱਲਬਾਤ ਸੀਗੀ, ਇਹ ਵੀ ਇਹਦੀ ਵਿਸ਼ੇਸ਼ਤਾ ਸੀ। ਉਸ ਤੋਂ ਅੱਗੇ ਦੇਖਦੇ ਹਾਂ ਸਾਡੇ ਕੋਲ ਨੈਕਸਟ ਕੀ ਆ। ਸਭ ਤੋਂ ਜ਼ਿਆਦਾ ਇੰਪੋਰਟੈਂਟ ਪੁਆਇੰਟ ਦੇਖ ਲਈਏ, ਜਿਹੜੀ ਕਲਕੱਤਾ ਜਿਹੜੀ ਸਾਡੀ ਸੁਪਰੀਮ ਕੋਰਟ ਬਣੀ ਆ ਫੋਰਟ ਵਿਲੀਅਮ ਦੇ ਵਿੱਚ, ਉਹ ਇਸ ਐਕਟ ਦੇ ਥਰੂ ਬਣੀ ਆ। ਕਿਉਂਕਿ 73 ਦੇ ਵਿੱਚ ਐਕਟ ਆਉਂਦਾ ਤੇ 74 ਦੇ ਵਿੱਚ ਸਾਡੀ ਕੀ ਬਣ ਜਾਂਦੀ ਆ, ਸੁਪਰੀਮ ਕੋਰਟ ਬਣਦੀ ਆ 1 ਸਾਲ ਬਾਅਦ। ਤਾਂ ਇਹ ਜਿਹੜੀ ਸਾਡੀ ਸੁਪਰੀਮ ਕੋਰਟ, ਪਹਿਲੀ ਸੁਪਰੀਮ ਕੋਰਟ ਜਿਹੜੀ ਸਾਡੀ ਬਣੀ ਆ, ਤੁਹਾਨੂੰ ਕਈ ਵਾਰੀ ਕੁਐਸਚਨ ਆਇਆ ਹੋਇਆ, ਇਹ ਕਲਕੱਤੇ ਦੇ ਵਿੱਚ ਬਣੀ ਆ। ਕਲਕੱਤੇ ਦੇ ਕਿਹੜੇ ਸਥਾਨ ਤੇ ਬਣੀ ਆ, ਫੋਰਟ ਵਿਲੀਅਮ ਦੇ ਵਿੱਚ ਬਣੀ ਆ। ਤਾਂ ਫੋਰਟ ਵਿਲੀਅਮ ਕਾਲਜ ਵੀ ਤੁਸੀਂ ਆਪਾਂ ਯਾਦ ਕਰਾਵਾਂਗੇ, ਤੁਹਾਨੂੰ ਲਾਰਡ ਵੈਲਜ਼ਲੀ ਨੇ ਬਣਾਇਆ ਸੀ 1800 ਦੇ ਵਿੱਚ, ਠੀਕ ਆ। ਉਹ ਵੀ ਆਪਾਂ ਪੜਾਂਗੇ ਜਦੋਂ ਗਵਰਨਰ ਜਨਰਲ ਪੜ੍ਹੇ। ਤਾਂ ਇਹ ਤੁਸੀਂ ਯਾਦ ਰੱਖਣਾ ਵੀ ਸਾਡੀ ਜਿਹੜੀ ਸੁਪਰੀਮ ਕੋਰਟ ਆ ਉਹ ਫੋਰਟ ਵਿਲੀਅਮ, ਜਾਂ ਫੋਰਟ ਵਿਲੀਅਮ ਕਿੱਥੇ ਆ, ਕਈ ਵਾਰੀ ਕੁਐਸਚਨ ਪੁੱਟ ਕੀਤਾ ਜਾਂਦਾ। ਜਾਂ ਫਿਰ ਜਿਹੜੀ ਸਾਡੀ ਸੁਪਰੀਮ ਕੋਰਟ ਬਣੀ ਸੀ ਤੇ ਜੱਜ ਕਿਹੜੇ ਸੀਗੇ, ਜੱਜਾਂ ਤੇ ਤੁਹਾਨੂੰ ਕੁਐਸਚਨ ਪੁੱਟ ਕੀਤਾ ਜਾਂਦਾ ਪੇਪਰ ਦੇ ਵਿੱਚ। ਸੋ ਇਹਦਾ ਮੁੱਖ ਜੱਜ ਜਿਹੜਾ ਹੈਗਾ ਸੀਗਾ ਸਰ ਐਲੀਜਾ ਐਮਪੀ। ਇਹ ਬਹੁਤ ਵਾਰੀ ਪੇਪਰ ਦੇ ਵਿੱਚ ਆ ਚੁੱਕਿਆ ਕੁਐਸਚਨ, ਜੀ ਤੁਸੀਂ ਪ੍ਰੀਵੀਅਸ ਪੇਪਰ ਦੇਖੇ ਹੋਣਗੇ। ਉਸ ਤੋਂ ਬਾਅਦ ਚੈਂਬਰਸ ਹੋ ਗਿਆ, ਲਵਮੈਸਟਰ ਤੇ ਹਾਈਡ, ਇਹਦੇ 4 ਜੱਜ ਸੀਗੇ, ਠੀਕ ਆ। ਇਹਦਾ ਤੁਸੀਂ ਟ੍ਰਿਕ ਬਣਾ ਸਕਦੇ ਹੋ, ਏਸੀ ਹੱਲ ਗਰਮੀ ਦਾ ਟ੍ਰਿਕ ਬਣਾ ਸਕਦੇ ਹੋ। ਤੇ ਜਿਹੜੇ ਸੁਪਰੀਮ ਕੋਰਟ ਦੇ 4 ਮੁੱਖ ਜੱਜ, ਇੱਕ ਹੀ ਆਏਗਾ, ਜਿਹੜੇ ਅਦਰ ਜੱਜ ਹੋ ਗਏ 3, ਠੀਕ ਆ। ਕਿਹੜੇ ਜੱਜ ਸੀ ਤੁਸੀਂ ਯਾਦ ਰੱਖਣੇ ਆ। ਜਾਂ ਫਿਰ ਇਹ ਕਿਵੇਂ ਯਾਦ ਰੱਖਣੇ ਆ, ਇਹ ਤੋਂ ਜਿਹੜੇ ਸਾਡੇ ਕੋਲ ਐਲੀਜਾ ਐਮਪੀ ਆ ਗਿਆ, ਚੈਂਬਰਸ ਆ ਗਿਆ, ਹਾਈਡ ਆ ਗਿਆ ਤੇ ਲਵਮੈਸਟਰ ਆ ਗਿਆ। ਤਾਂ ਗਰਮੀ ਸੁਪਰੀਮ ਕੋਰਟ ਜਾਣੇ ਗਰਮੀ ਆਏਗੀ, ਠੀਕ ਹੈ। ਯਾਦ ਰੱਖ ਲਓ, ਕਿਸੇ ਵੀ ਤਰੀਕੇ ਨਾਲ ਯਾਦ ਰੱਖਣਾ ਆਪਾਂ, ਯਾਨੀ ਕਿ ਟ੍ਰਿਕਸ ਨਾਲ ਯਾਦ ਕਰੋਗੇ ਤਾਂ ਤੁਹਾਡੇ ਲਈ ਜ਼ਿਆਦਾ ਬੈਟਰ ਆ। ਕਿਉਂਕਿ ਅਸਲ ਦੇ ਵਿੱਚ ਕੀ ਹੁੰਦਾ, ਸਟੂਡੈਂਟ ਜਿਹੜੇ ਟ੍ਰਿਕਲੀ ਨਹੀਂ ਪੜ੍ਹਦੇ, ਉੱਥੇ ਜਾ ਕੇ 2 ਅਫਸਰਾਂ ਦੇ ਵਿੱਚ 3 ਅਫਸਰਾਂ ਦੇ ਵਿੱਚ ਜਾ ਕੇ ਕਨਫਿਊਜ਼ ਹੋ ਜਾਂਦੇ ਆ। ਤਾਂ ਇਸ ਕਰਕੇ ਕੀ ਆ, ਥੋੜ੍ਹਾ ਟ੍ਰਿਕਲੀ ਪੜ੍ਹੋਗੇ ਤੁਹਾਡੇ ਲਈ ਸੌਖਾ ਰਹੇਗਾ। ਅੱਗੇ ਸਾਡੇ ਕੋਲੇ ਇਹਨਾਂ ਦੀ ਨਿਯੁਕਤੀ ਵੀ ਕੌਣ ਕਰਦਾ ਸੀਗਾ ਜੀ, ਬ੍ਰਿਟਿਸ਼ ਸਮਰਾਟ ਕਰਦਾ ਹੁੰਦਾ ਸੀ। ਇਹ ਜੱਜਾਂ ਦੀ ਨਿਯੁਕਤੀ ਕਿੱਥੋਂ ਹੁੰਦੀ ਸੀ, ਜਿਹੜੀ ਆਪਣਾ ਬ੍ਰਿਟਿਸ਼ ਸਮਰਾਟ ਦੁਆਰਾ। ਅੱਗੇ ਸਾਡੇ ਕੋਲੇ ਨੈਕਸਟ ਪੁਆਇੰਟ ਦੇਖਦੇ ਹਾਂ ਕੀ ਆ। ਅਗਲਾ ਸਾਡੇ ਕੋਲੇ ਇਸ ਐਕਟ ਦੇ ਅਧੀਨ ਕੰਪਨੀ ਦੇ ਅਧਿਕਾਰੀਆਂ ਦੇ ਨਿੱਜੀ ਵਪਾਰ ਤੇ ਰੋਕ ਲਾਤੀ। ਕਿਉਂਕਿ ਜਿਹੜਾ ਐਕਟ ਆਇਆ ਹੀ ਤਾਂ ਸੀਗਾ, ਇਹਦਾ ਮੇਨ ਫੰਡਾ ਹੀ ਇਹ ਸੀਗਾ ਵੀ ਜਿਹੜੇ ਕੰਪਨੀ ਦੇ ਅਧਿਕਾਰੀ ਆ ਉਹ ਨਿੱਜੀ ਵਪਾਰ ਕਰੀ ਜਾਂਦੇ ਇੱਥੇ, ਤਾਂ ਕੰਪਨੀ ਨੂੰ ਘਾਟਾ ਪਈ ਜਾਂਦਾ ਗਾ। ਤਾਂ ਇੱਕ ਗਿਫਟ ਲਈ ਜਾਂਦੇ ਇੱਥੇ, ਹੈ ਨਾ। ਗਿਫਟ ਕਦੋਂ ਲਊਗਾ ਬੰਦਾ, ਜਦੋਂ ਕਿਸੇ ਤੋਂ ਕੋਈ ਚੀਜ਼ ਥੋੜਾ ਤਾਂ ਕੰਮ ਵੀ ਕਰੂਗਾ। ਜੇ ਆਪਾਂ ਕਿਸੇ ਤੋਂ ਕੋਈ ਗਿਫਟ ਲਿਆ ਤਾਂ ਆਪਾਂ ਉਹਦੇ ਨਾਲ ਕੰਮ ਵੀ ਕਰਾਂਗੇ, ਠੀਕ ਹੈ। ਸੋ ਉਹੀ ਗੱਲਾਂ ਨੂੰ ਇਹਦੇ ਵਿੱਚ ਕੀ ਕੀਤਾ, ਬੰਦ ਕੀਤਾ ਗਿਆ ਇਸ ਐਕਟ ਦੇ ਥਰੂ। ਤਾਂ ਇਹ ਵੀ ਰੋਕ ਲਾਤੀ ਇਹਦੇ ਵਿੱਚ। ਅੱਗੇ ਸਾਡੇ ਕੋਲ ਦੇਖਦੇ ਹਾਂ ਜੀ, ਇਸ ਐਕਟ ਦੇ ਵਿੱਚ ਇੱਕ ਧਾਰਾ 9 ਸੀਗੀ। ਇਸ ਐਕਟ ਦੇ ਵਿੱਚ ਇੱਕ ਧਾਰਾ 9 ਦਿੱਤੀ ਗਈ। ਧਾਰਾ 9 ਕੀ ਸੀ, ਤੁਹਾਨੂੰ ਪਤਾ ਕਿ ਜਿਹੜੀ ਬੰਬੇ ਸੀ ਜਾਂ ਮਦਰਾਸ ਸੀਗੀ, ਇਹਨਾਂ ਨੂੰ ਬੰਗਾਲ ਦੇ ਐਂਟਰ ਕਰਤਾ ਵੀ ਤੁਸੀਂ ਬੰਗਾਲ ਦੇ ਐਂਟਰ ਕੰਮ ਕਰਨਾ ਸਾਰਾ ਕੁਝ, ਠੀਕ ਹੈ। ਤੇ ਬਟ ਹੁਣ ਇਹਨਾਂ ਨੂੰ ਕੀ ਕਰਤਾ, ਕਹਿੰਦੇ ਵੀ ਜੇ ਕਿਤੇ ਲੋੜ ਪੈ ਜੇ, ਅਚਾਨਕ ਲੋੜ ਪੈ ਜੇ, ਉਧਰ ਕੋਈ ਹਮਲਾ ਕਰਦੇ, ਇੱਧਰ ਕਹਿਣ ਵੀ ਇਹ ਤਾਂ ਬੰਗਾਲ ਦੇ ਸਿੱਧੇ ਨਾਲ ਕਰਾਂਗੇ, ਇਸ ਤਾਂ ਉਹਨੂੰ ਕਿੱਥੋਂ ਉਡੀਕੀ ਜਾਣਗੇ, ਠੀਕ ਹੈ। ਤਾਂ ਕਹਿੰਦੇ ਜੇ ਕੋਈ ਤਤਕਾਲੀ ਕਾਰਨ ਕਰਕੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਤੁਸੀਂ ਆਪਣਾ ਯੁੱਧ ਵੀ ਲੜ ਸਕਦੇ ਹੋ, ਠੀਕ ਹੈ। ਤਾਂ ਉਹ ਅਧਿਕਾਰ ਦਿੱਤਾ ਗਿਆ ਇਸ ਦੇ ਵਿੱਚ ਨੂੰ 9 ਧਾਰਾ ਦੇ ਵਿੱਚ। ਪਰ ਕੀ ਹੋਇਆ, ਪਰ ਇਹ ਪ੍ਰੈਜ਼ੀਡੈਂਸੀਆਂ ਨੇ ਇਹ ਧਾਰਾ 9 ਦਾ ਗਲਤ ਯੂਜ਼ ਕੀਤਾ, ਠੀਕ ਹੈ। ਆਪਣੇ ਮਤਲਬ ਨਾਲ ਹੀ ਆਪਣੇ ਜਿਹੜੇ ਸੈਨਿਕ ਕੰਮ ਕਰਦੇ ਰਹੇ, ਠੀਕ ਆ, ਜਾਂ ਯੁੱਧ ਲੜਦੇ ਰਹੇ, ਜਿਸ ਕਰਕੇ ਇਹਦਾ ਜਿਹੜਾ ਗਲਤ ਪ੍ਰਯੋਗ ਕੀਤਾ, ਇਹਦਾ ਦੋਸ਼ ਸੀ ਇਹ। ਅੱਗੇ ਸਾਡੇ ਕੋਲ ਆ ਗਿਆ, ਬ੍ਰਿਟਿਸ਼ ਸੰਸਦ ਨੇ ਭਾਰਤੀ ਮਸਲਿਆਂ ਵਿੱਚ ਦਖਲਅੰਦਾਜ਼ੀ ਦੇਣੀ ਸ਼ੁਰੂ ਕਰਤੀ। ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਜਿਹੜੀ ਦਖਲਅੰਦਾਜ਼ੀ ਤਾਂ ਕਰਨੀ ਸੀਗੀ,
ਤੇ ਕਿਉਂਕਿ ਕੰਪਨੀ ਘਾਟੇ ਦੇ ਵਿੱਚ ਜਾ ਰਹੀ ਸੀ, ਉਹਨੇ ਪਹਿਲਾਂ ਹੀ ਕਿਹਾ ਸੀ ਕਿ ਅਸੀਂ ਤੁਹਾਨੂੰ ਪੈਸਾ ਤਾਂ ਦੇਵਾਂਗੇ ਜੇਕਰ ਸਾਡੀ ਦਖਲਅੰਦਾਜ਼ੀ ਜਿਹੜੀ ਉਹ ਮਨਜ਼ੂਰ ਕੀਤੀ ਜਾਊਗੀ, ਠੀਕ ਆ। ਤਾਂ ਉਹਨੇ ਦਖਲਅੰਦਾਜ਼ੀ ਕਿਹਾ ਵੀ ਤੁਸੀਂ ਕਰੋ, ਸਾਨੂੰ ਪੈਸਾ ਦਿਓ। ਤੇ ਕਿਸੇ ਗਵਰਨਰ ਜਨਰਲ ਕੋਲੇ ਕਾਸਟਿੰਗ ਵੋਟ ਦਾ ਅਧਿਕਾਰ ਹੁੰਦਾ ਸੀਗਾ। ਜਿਹੜਾ ਗਵਰਨਰ ਜਨਰਲ ਸੀਗਾ ਉਹਦੇ ਕੋਲੇ ਸਿਰਫ ਕਾਸਟਿੰਗ ਵੋਟ ਦਾ ਅਧਿਕਾਰ ਸੀ, ਨਾ ਕਿ ਵੋਟ ਦਾ। ਦੇਖੋ ਇਹਨੂੰ ਪੰਜਾਬੀ 'ਚ ਆਪਾਂ ਨਿਰਣਾਇਕ ਮਤ ਕਹਿੰਦੇ, ਆਪਾਂ ਪੜ੍ਹਿਆ ਹੋਇਆ ਜਦੋਂ ਆਪਣਾ ਪ੍ਰੈਜ਼ੀਡੈਂਟ ਟੌਪਿਕ ਕਰਦੇ ਹੁੰਦੇ ਆ ਜਾਂ ਸਪੀਕਰ ਟੌਪਿਕ ਕਰਦੇ ਹੁੰਦੇ ਆ, ਸਪੀਕਰ ਦੇ ਵਿੱਚ ਪੜ੍ਹਿਆ ਹੋਇਆ ਜਾਂ ਵਾਈਸ ਪ੍ਰੈਜ਼ੀਡੈਂਟ ਦੇ ਵਿੱਚ, ਠੀਕ ਹੈ। ਤਾਂ ਕਾਸਟਿੰਗ ਵੋਟ ਹੁੰਦੀ ਕੀ ਆ, ਜਦੋਂ ਕਿਸੇ ਬਿੱਲ ਦੇ ਉੱਪਰ ਵੋਟਾਂ ਦੀ ਸਮਾਨਤਾ ਹੋ ਜੇ, ਹੈ ਨਾ। ਮੰਨ ਲਓ ਇੱਥੇ 50 ਮੈਂਬਰ ਆਏ ਨੇ, ਠੀਕ ਆ, 50 ਮੈਂਬਰ ਆਏ ਨੇ, 25 ਵੋਟਾਂ ਇੱਧਰ ਪੈ ਗਈਆਂ ਤੇ 25 ਵੋਟਾਂ ਇੱਧਰ ਪੈ ਗਈਆਂ ਵੋਟਿੰਗ ਬਿੱਲ ਤੇ। ਤਾਂ ਇੱਥੇ ਜਿਹੜਾ ਆਪਣਾ ਸਪੀਕਰ ਹੋਊਗਾ, ਜੇ ਸੈਂਟਰ ਦੀ ਆਪਾਂ ਗੱਲ ਕਰ ਲਈ, ਆਪਣੇ ਗੱਲ ਕਰ, ਠੀਕ ਹੈ, ਸਪੀਕਰ ਵੋਟ ਨਹੀਂ ਦੇ ਸਕਦਾ, ਇੱਥੇ ਦੇ ਸਕਦਾ, ਸੌਰੀ। ਜੇ 25-25 ਹੋ ਗਿਆ ਤਾਂ ਸਪੀਕਰ ਵੋਟ ਦੇਗਾ ਕਾਸਟਿੰਗ, ਇੱਕ ਪਾਸੇ ਜੋੜਦਾ ਕਿ 26 ਵੋਟਾਂ ਹੋ ਜਾਣਗੀਆਂ, ਉੱਧਰ ਬਿੱਲ ਪਾਸ ਹੋ, ਚਾਹੇ ਇੱਧਰ ਦੇ ਦੇ ਚਾਹੇ ਵੋਟ ਇੱਧਰ ਦੇ ਦੇ। ਬਟ ਜੇ ਕਿਤੇ ਐਦਾਂ ਹੁੰਦਾ ਵੀ ਇੱਕ ਪਾਸੇ 24 ਰਹਿ ਗਈਆਂ ਵੋਟਾਂ ਤੇ ਇੱਕ ਪਾਸੇ 26 ਹੋ ਗਈਆਂ, ਤਾਂ ਇੱਥੇ ਉਹਨੂੰ ਕਾਸਟਿੰਗ ਵੋਟ ਦਾ ਅਧਿਕਾਰ ਨਹੀਂ ਹੈਗਾ। ਜਾਂ ਇੱਥੇ 25 ਹੋ ਗਈਆਂ, ਇਸ ਤਰੀਕੇ ਨਾਲ ਮੰਨ ਲਓ ਇਹ ਨਹੀਂ ਹੈਗਾ ਵੀ ਇੱਧਰ ਆ ਕੇ ਵੋਟ ਪਾ ਦੂ ਜਾਂ ਇੱਧਰ ਵੋਟ ਪਾ ਦੂਗਾ, ਤਾਂ ਸਿਰਫ ਉਦੋਂ ਵੋਟ ਦੇ ਸਕਦਾ ਜਦੋਂ ਮੈਚ ਡਰਾ ਹੋ ਜਾਏ, ਜਦੋਂ ਵੋਟਾਂ ਬਰਾਬਰ ਹੋ ਜਾਣ, ਉਹਨੂੰ ਆਪਾਂ ਕਾਸਟਿੰਗ ਵੋਟ ਕਹਿੰਦੇ ਆ। ਤਾਂ ਗਵਰਨਰ ਜਨਰਲ ਕੋਲੇ ਕਾਸਟਿੰਗ ਵੋਟ ਦਾ ਜਿਹੜਾ ਅਧਿਕਾਰ ਹੈਗਾ ਸੀਗਾ, ਜੇਕਰ ਕਿਸੇ ਹਾਲਤ ਦੇ ਵਿੱਚ, ਠੀਕ ਹੈ, ਵੋਟਿੰਗ ਸਮਾਨ ਹੁੰਦੀ ਸੀ ਤਾਂ ਇਹਦੇ ਵਿੱਚ ਦੇ ਸਕਦਾ ਸੀਗਾ। ਉਸ ਤੋਂ ਬਾਅਦ ਨੈਕਸਟ ਜਿਹੜਾ ਸਾਡੇ ਕੋਲੇ ਹੈਗਾ ਭੂਮੀ ਕਰ ਸੰਬੰਧੀ ਜਿਹੜੀ ਰਿਪੋਰਟ ਆ, ਉਹ ਇੰਗਲੈਂਡ ਸਰਕਾਰ ਨੂੰ ਜਿਹੜੀ ਭੇਜਣੀ ਜ਼ਰੂਰੀ ਕਰਤੀ ਤੇ ਇੱਕ ਸੈਨਿਕਾਂ ਸੰਬੰਧੀ। ਕਿਉਂਕਿ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਰਿਹਾ ਅਸਲ ਦੇ ਵਿੱਚ। ਉਹ ਕਹਿੰਦੇ ਵੀ ਜਿਹੜਾ ਕੋਈ ਭੂਮੀ ਸੰਬੰਧੀ ਕਰਾਂ ਦੀ ਗੱਲ ਤੁਸੀਂ ਕਰਦੇ ਹੋ ਜਾਂ ਫਿਰ ਕੋਈ ਸੈਨਿਕ ਸੰਬੰਧੀ ਕੋਈ ਆ, ਉਹ ਰਿਪੋਰਟ ਸਾਨੂੰ ਇੰਗਲੈਂਡ ਨੂੰ ਭੇਜੋ, ਠੀਕ ਹੈ। ਪਹਿਲਾਂ ਨਹੀਂ ਭੇਜੀ ਜਾਂਦੀ ਸੀ ਇਸ ਤਰ੍ਹਾਂ, ਪਹਿਲਾਂ ਕਿਉਂਕਿ ਵਿਸ਼ਵਾਸ ਸੀਗਾ ਕੰਪਨੀ ਦੇ ਉੱਪਰ, ਤਾਂ ਪਹਿਲਾਂ ਇੱਦਾਂ ਤਾਂ ਨਹੀਂ ਹੈਗਾ ਸੀ। ਤੇ ਬਾਅਦ ਵਿੱਚ ਇਹਨਾਂ ਨੇ ਕੀ ਕਰਤਾ, ਜਿਹੜੀ ਸਾਨੂੰ ਰਿਪੋਰਟ ਭੇਜੋ ਇਹਦੀ। ਸੁਪਰੀਮ ਕੋਰਟ ਦਾ ਅਧਿਕਾਰ ਖੇਤਰ ਗਵਰਨਰ ਜਨਰਲ ਦੇ ਅਧਿਕਾਰ ਖੇਤਰ ਤੋਂ ਕੀ ਸੀਗਾ, ਘੱਟ ਸੀਗਾ। ਇਹਦੇ ਵਿੱਚ ਕੀ ਹੋਇਆ, ਜਿਹੜਾ ਆਪਾਂ ਗੱਲ ਕਰਦੇ ਹਾਂ ਕਾਫੀ ਵਿਵਾਦ ਦਾ ਸਮਾਂ ਜਿਹੜਾ ਰਿਹਾ ਇਹ, ਤੇ ਇਹਦੇ ਵਿੱਚ ਇਹ ਨਹੀਂ ਡਿਸਾਈਡ ਕੀਤਾ ਗਿਆ ਕਿ ਸੁਪਰੀਮ ਕੋਰਟ ਪਾਵਰਫੁੱਲ ਆ ਜਾਂ ਫਿਰ ਗਵਰਨਰ ਜਨਰਲ ਜਿਹੜਾ ਪਾਵਰਫੁੱਲ ਆ। ਸੋ ਇਹ ਜਿਹੜਾ ਕਾਫੀ ਜ਼ਿਆਦਾ ਇਹਦੇ ਵਿੱਚ ਚੱਲਦਾ ਰਿਹਾ ਵਿਵਾਦ ਲੰਮੇ ਸਮੇਂ ਤੋਂ, ਆਪਾਂ ਅੱਗੇ ਪੜਾਂਗੇ। ਸੋ ਅਗਲਾ ਦੇਖਦੇ ਹਾਂ ਇਸ ਐਕਟ ਦੇ ਦੋਸ਼ ਕਿਹੜੇ ਸੀਗੇ। ਦੋਸ਼ ਕਮੀਆਂ, ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਕਮੀਆਂ ਪਾਈਆਂ ਜਾਂਦੀਆਂ ਨੇ। ਜੇ ਆਪਾਂ ਗੱਲ ਕਰ ਲਈ ਕਿ ਇੰਡੀਅਨ ਸਾਡਾ ਕੰਸਟੀਟਿਊਸ਼ਨ ਆ, ਜਿਹੜਾ ਸਾਡਾ ਭਾਰਤੀ ਸੰਵਿਧਾਨ ਆ, ਇਹ 1950 ਤੋਂ ਲੈ ਕੇ 2022 ਤੱਕ 105 ਵਾਰੀ ਸੋਧਦਾ ਹੁਣ ਤੱਕ, ਠੀਕ ਹੈ। ਸੋ ਹਰੇਕ ਚੀਜ਼ ਦੇ ਵਿੱਚ ਕਮੀਆਂ ਪਾਈਆਂ ਜਾਂਦੀਆਂ ਨੇ। ਸੋ ਇਸ ਐਕਟ ਦੇ ਵਿੱਚ ਵੀ ਕੁਝ ਕਮੀਆਂ ਪਾਈਆਂ ਗਈਆਂ। ਉਹ ਕਿਹੜੀਆਂ ਸੀਗੀਆਂ? ਸਭ ਤੋਂ ਪਹਿਲਾਂ ਤਾਂ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਕੌਂਸਲ ਦੇ ਮੈਂਬਰ ਸੀ ਉਹ ਇੱਕ ਦੂਜੇ ਦੇ ਵਿਰੋਧੀ ਸੀਗੇ, ਜਿਹੜੇ ਵਾਰਵੈਲ ਵਰਗੇ ਸੀਗੇ, ਠੀਕ ਹੈ। ਸੋ ਉਹ ਇੱਕ ਦੂਜੇ ਦੇ ਵਿਰੋਧੀ ਸੀਗੇ, ਤਾਂ ਇਹ ਕਾਫੀ ਜਮਾ ਜਿਹੜਾ ਆਪਣਾ ਵਾਰਨ ਹੇਸਟਿੰਗ ਨੂੰ ਇਹਦਾ ਸਾਹਮਣਾ ਕਰਨਾ ਪਿਆ, ਠੀਕ ਹੈ। ਮੁੰਬਈ ਤੇ ਬੰਦਰਾਸ ਸੀ ਜਿਹੜਾ, ਉਹ 'ਤੇ ਜਿਹੜਾ ਨਿਯੰਤਰਣ ਕੀਤਾ ਗਿਆ ਸੀ ਉਹ ਨਾਮਾਤਰ ਸੀਗਾ। ਜਿਹੜੇ ਆਪਾਂ ਗੱਲ ਕਰਦੇ ਹਾਂ ਜਿਹੜੇ ਇਸ ਐਕਟ ਦੇ ਥਰੂ ਮੁੰਬਈ ਤੇ ਮਦਰਾਸ ਨੂੰ ਬੰਗਾਲ ਦੇ ਅਧੀਨ ਕਰਤਾ ਸੀ, ਉਹ ਇੱਕ ਨਾਮ ਮਾਤਰੀ ਸੀਗਾ, ਠੀਕ ਹੈ। ਸੋ ਕੋਈ ਜ਼ਿਆਦਾ ਉਹਦਾ ਪ੍ਰਭਾਵ ਨਹੀਂ ਪਿਆ। ਤੇ ਧਾਰਾ 9 ਜਿਹੜੀ ਦਿੱਤੀ ਗਈ ਸੀ ਬੰਬੇ ਤੇ ਮਦਰਾਸ ਨੂੰ ਵੀ ਤੁਸੀਂ ਤਤਕਾਲੀਨ ਕਾਰਨ ਕਰਕੇ ਕੋਈ ਯੁੱਧ ਲੜ ਸਕਦੇ ਹੋ ਜਾਂ ਕੋਈ ਹੋਰ ਸੰਧੀ ਕਰ ਸਕਦੇ ਹੋ, ਤਾਂ ਉਹਦਾ ਇਹਨਾਂ ਨੇ ਗਲਤ ਫਾਇਦਾ ਉਠਾਇਆਗਾ, ਗਲਤ ਲਾਭ ਉਠਾਇਆ। ਅਗਲਾ ਸਾਡੇ ਕੋਲੇ ਕੀ ਹੈ ਜੀ, ਸੁਪਰੀਮ ਕੋਰਟ ਅਤੇ ਗਵਰਨਰ ਜਨਰਲ ਦੀ ਸਖਤੀ ਨੂੰ ਲੈ ਕੇ ਹਮੇਸ਼ਾ ਵਿਵਾਦ ਰਿਹਾ। ਸੋ ਪਹਿਲਾਂ ਹੀ ਗੱਲ ਕੀਤੀ ਆ ਕਿ ਇਹਦੇ ਵਿੱਚ ਇਹ ਡਿਸਾਈਡ ਨਹੀਂ ਕੀਤਾ ਗਿਆ ਕਿ ਜਿਹੜੀ ਸੁਪਰੀਮ ਕੋਰਟ ਪਾਵਰਫੁੱਲ ਆ ਜਾਂ ਫਿਰ ਸਾਡਾ ਜਿਹੜਾ ਆਪਣਾ ਗਵਰਨਰ ਜਨਰਲ ਜਿਹੜਾ ਦੇ ਵਿੱਚ ਪਾਵਰਫੁੱਲ ਆ। ਸੋ ਇਸ ਨੂੰ ਲੈ ਕੇ ਵਿਵਾਦ ਰਿਹਾ। ਅਗਲੇ ਐਕਟ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਹਦੇ ਵਿੱਚੋਂ ਕਿਹੜੇ ਨੂੰ ਸ਼ਕਤੀਸ਼ਾਲੀ ਬਣਾ ਦਿੱਤਾ ਗਿਆ। ਸੋ ਇਹ ਸੀ ਅੱਜ ਦਾ ਆਪਣਾ ਟੌਪਿਕ ਰੈਗੂਲੇਟਿੰਗ ਐਕਟ, ਠੀਕ ਹੈ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਸੋ ਮਿਲਦੇ ਹਾਂ ਇੱਕ ਅਗਲੇ ਐਕਟ ਦੇ ਵਿੱਚ, ਜਿਹੜਾ 1781 ਦਾ ਆਪਾਂ ਐਕਟ ਪੜ੍ਹਨ ਜਾ ਰਹੇ ਹਾਂ, ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ। ਸੋ ਇਸ ਵੀਡੀਓ ਦੇ ਵਿੱਚ ਦੇਖਣ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਹੈਗਾ ਕੋਈ ਵੀ ਕੁਐਸਚਨ ਹੈ ਜਿਹੜਾ ਤੁਹਾਡਾ ਰਿਹਾ ਹੋਵੇਗਾ। ਜੇਕਰ ਤੁਹਾਨੂੰ ਲੱਗਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਸੋ ਥੈਂਕ ਯੂ ਵੈਰੀ ਮੱਚ।